ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰਪੂਰਾ ਪੇਟਿਓ ਵਡ ਭਾਗੀ ਮਨੇ ਪਿਆ ਪਰਗਾਸਾ। ਕੋਈ ਨਾ ਪੋਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। अपने सतगुर कै बलिहारे आगे सुख पाछे सुख सहजा। कारे आनंद हमारे अंतर्जामी करने आरा सोई खसम हमारा। निरपो भय गुर चरनी लागे इक राम नाम आधारा। सफल दर्शन काल मूरत प्रभ है भी होवन हारा। कंठ लगाए अपने जन राखे अपनी प्रीत प्यारा। वड्डी वड्याई अचरज शोभा कारज आया रासे। नानक को गुर पूरा भेट्यो सगले दुख विनासे। वाहिगुरु जी का खालसा वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜਿਨ੍ਹਾਂ ਜਿਨ੍ਹਾਂ ਰੂਹਾਂ 'ਤੇ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਜਾ ਕੇ ਉਸ ਪਰਮਾਤਮਾ ਦੀ ਉਸ ਮੁਕੱਦਸ ਬਾਣੀ ਨੂੰ ਆਪ ਗਾ ਅਤੇ ਸੁਣ ਰਹੇ ਹੋ। ਇਹ ਵੱਡੇ ਭਾਗਾਂ ਦੀ, ਉੱਚੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਸਾਡਾ ਇੱਥੇ ਗਾਵਿਆ ਸੁਣਿਆ ਹਾਜ਼ਰੀ ਉਸ ਪਰਮਾਤਮਾ ਦੇ ਘਰ ਦੇ ਵਿੱਚ ਲੱਗ ਜਾਵੇ। ਸੋ ਆਓ ਅੱਜ ਅਸੀਂ ਲਾਵਾਂ ਦਾ ਜੋ ਪਾਠ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜੋ ਕਿ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੱਚੇ ਪਿਤਾ ਸੋਢੀ ਸੁਲਤਾਨ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਗੁਰੂ ਰਾਮਦਾਸ ਪਾਤਸ਼ਾਹ ਦੇ ਸੂਹੀ ਰਾਗ ਦੇ ਵਿੱਚ ਇਹ ਲਾਵਾਂ ਹਨ। ਆਓ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀ ਇਕਾਗਰ ਕਰੋ। ਪਿਆਰ ਨਾਲ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਮੁੜ ਕੇ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬੜੇ ਪਿਆਰ ਸਹਿਤ ਬੇਨਤੀ ਹੈ, ਅਗਰ ਹੋ ਸਕਦਾ ਹੈ ਕੈਮਰਾ ਔਨ ਕਰਕੇ ਬੈਠੋ ਤਾਂ ਕਿ ਇਕਾਗਰਤਾ ਨਾਲ ਹੀ ਗੁਰਬਾਣੀ ਸੁਣੀ ਜਾਂਦੀ ਹੈ, ਵਿਚਾਰੀ ਜਾਂਦੀ ਹੈ। ਇਹ ਇਕਾਗਰ ਦਾ ਹੀ ਵਿਸ਼ਾ ਹੈ। ਸਰੀਰ ਤੇ ਆ ਗਿਆ ਹੈ ਪਰ ਹਾਜ਼ਰੀ ਸੁਰਤ ਦੀ ਲੱਗਦੀ ਹੈ। ਤੋ ਆਓ ਕੁਝ ਸਮਾਂ ਮਹਾਰਾਜ ਦੀ ਗੋਦ ਦਾ ਆਨੰਦ ਮਾਣੀਏ। ਸਤਿਗੁਰੂ ਨੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਲਾਵਾਂ ਦਾ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ, ਪਰ ਇਹਦੀ ਕੋਈ ਹੈਡਿੰਗ ਲਾਈਨ ਨਹੀਂ ਹੈ ਕਿ ਇਹਦਾ ਨਾਮ ਲਾਵਾਂ ਹੈ। ਪਰ ਇਹ ਉਸ ਲਾਵਾਂ ਦੇ ਨਾਲ ਸੰਬੰਧਿਤ ਹੈ। ਲਾਭ ਤੋਂ ਭਾਵ ਹੁੰਦਾ ਹੈ ਕਿ ਲਗਨ, ਜਾਂ ਇਸ ਤਰ੍ਹਾਂ ਕਹਿ ਲਓ ਪਰਿਕਰਮਾ, ਲਾਵਾਂ ਲੈਣੀਆਂ, ਪਰਿਕਰਮਾ ਕਰਨੀਆਂ। ਕਈ ਵਿਦਵਾਨ ਇਸ ਨੂੰ ਟੁੱਟਣਾ ਵੀ ਕਹਿੰਦੇ ਨੇ ਅਤੇ ਕਈ ਕਹਿੰਦੇ ਨੇ ਟੁੱਟ ਕੇ ਜੁੜਨਾ ਵੀ ਹੈ, ਅਤੇ ਕਈ ਇਸ ਨੂੰ ਵਿਰਾਗ ਵੀ ਕਹਿੰਦੇ ਨੇ। ਵੱਖ ਵੱਖ ਵਿਦਵਾਨਾਂ ਦੀਆਂ ਆਪਣੀਆਂ ਆਪਣੀਆਂ ਉਡਾਰੀਆਂ ਹਨ। ਤੋ ਸੰਸਾਰ ਦੇ ਵਿੱਚ ਜਦੋਂ ਵੀ ਜੀਵ
ਕੋਈ ਵੀ ਪੈਦਾ ਹੁੰਦਾ ਹੈ, ਭਾਵੇਂ ਪਸ਼ੂ ਹੈ, ਪਕਸ਼ੀ ਹੈ, ਮਨੁੱਖ ਹੈ, ਉਹਦੇ ਵਿੱਚ ਇੱਕ ਚੀਜ਼ ਤੁਸੀਂ ਨੋਟ ਕਰੋ, ਨਰ ਤੇ ਮਾਦਾ ਜ਼ਰੂਰ ਹੁੰਦੀਆਂ। ਭਾਵੇਂ ਤੁਸੀਂ ਬਨਸਪਤੀ ਵੀ ਲੈ ਲਓ, ਪੇੜ ਪੌਦੇ ਵੀ ਲੈ ਲਓ, ਉਹਦੇ ਵਿੱਚ ਵੀ ਨਰ ਤੇ ਮਾਦਾ ਹੁੰਦੀਆਂ ਨੇ। ਮੈਂ ਜ਼ਿਕਰ ਤਾਂ ਕਰ ਰਿਹਾ ਹਾਂ, ਜਿਸ ਤਰ੍ਹਾਂ ਪਸ਼ੂ ਪਕਸ਼ੀਆਂ ਵਿੱਚ ਵੀ ਨਰ ਮਾਦਾ ਹੁੰਦੇ ਨੇ, ਜਿਹਦੇ ਨਾਲ ਸੁਮੇਲ ਦੇ ਨਾਲ ਇਹ ਸਾਰੀ ਉਤਪਤੀ ਵਿਕਾਸ ਹੁੰਦਾ ਹੈ। ਪਰ ਪਸ਼ੂ ਪਕਸ਼ੀ ਇਹਨਾਂ ਮਰਿਆਦਾ ਦੇ ਵਿੱਚ ਨਹੀਂ ਰਹਿੰਦੇ। ਇੱਕ ਮਨੁੱਖ ਨੂੰ ਪਰਮਾਤਮਾ ਵੱਲੋਂ ਮਰਿਆਦਾ ਵਿੱਚ ਗ੍ਰਸਤ ਚਲਾਉਣ ਵਾਸਤੇ ਇੱਕ ਮਰਿਆਦਾ ਰੱਖੀ ਜਾਂਦੀ ਹੈ ਨਰ ਤੇ ਮਾਦਾ ਦੀ, ਜਿਹਦੇ ਨਾਲ ਇਸ ਸੰਸਾਰ ਦੀ ਉਤਪਤੀ ਹੁੰਦੀ ਹੈ। ਤੋ ਗੁਰੂ ਮਹਾਰਾਜ ਨੇ ਸਾਨੂੰ ਇਸ ਸੰਸਾਰ ਨੂੰ ਚਲਾਉਣ ਵਾਸਤੇ ਗ੍ਰਸਤ ਜੀਵਨ ਸਾਨੂੰ ਬਖਸ਼ਿਸ਼ ਕੀਤਾ ਹੈ, ਔਰ ਗ੍ਰਸਤ ਜੀਵਨ ਹੋਣਾ ਬੜਾ ਜ਼ਰੂਰੀ ਹੈ। ਮੈਂ ਵੇਖਿਆ ਹੈ ਬੜੇ ਬੜੇ ਸਿਆਣੇ, ਹਜ਼ਾਰਾਂ ਬੱਚੇ ਉਹਨਾਂ ਨੇ ਪੜ੍ਹਾਏ ਵੀ ਹੁੰਦੇ ਨੇ, ਪਰ ਜਦੋਂ ਗ੍ਰਸਤ ਜੀਵਨ ਦੀ ਵਾਰੀ ਆਉਂਦੀ ਉਹ ਫੇਲ ਹੋ ਜਾਂਦੇ ਨੇ। ਭਾਵ ਕਿ ਉਹ ਗ੍ਰਸਤ ਜੀਵਨ ਵਿੱਚ ਨਹੀਂ ਕਾਮਯਾਬ ਹੋ ਸਕਦੇ, ਫਿਰ ਉਹਨਾਂ ਦੇ ਤਲਾਕ ਟੁੱਟ ਹੋ ਜਾਂਦੇ ਨੇ ਆਪਸ ਵਿੱਚ। ਕਿਉਂ? ਕਿਉਂਕਿ ਭਾਵੇਂ ਸਿਆਣੇ ਜਿੰਨੇ ਮਰਜ਼ੀ ਵੀ ਹੋਣ, ਪਰ ਗੁਰੂ ਸਾਹਿਬ ਕਹਿੰਦੇ ਨੇ ਗ੍ਰਸਤ ਜੀਵਨ ਚਲਾਉਣਾ ਬੜੀ ਵੱਡੀ ਇੱਕ ਭਗਤੀ ਹੈ। ਔਰ ਇਸ ਨੂੰ ਇਹਦੇ ਵਿੱਚ ਇਹ ਹੁੰਦਾ ਹੈ ਕਿ ਆਪਸ ਵਿੱਚ ਜਿਸ ਤਰ੍ਹਾਂ ਕਹਿ ਲਓ ਐਡਜਸਟਮੈਂਟ ਹੋਣੀ ਬੜੀ ਜ਼ਰੂਰੀ ਹੈ। ਤੋ ਗੁਰੂ ਗ੍ਰੰਥ ਸਾਹਿਬ ਵਿੱਚ ਗ੍ਰਸਤ ਨੂੰ ਬੜੀ ਪ੍ਰਧਾਨਤਾ ਦਿੱਤੀ ਹੈ। ਗ੍ਰਸਤਨ ਮੇਂ ਤੂੰ ਬੜੋ ਗ੍ਰਸਤੀ। ਸਾਡੇ ਹਰ ਗੁਰੂ ਸਾਹਿਬਾਨ ਗ੍ਰਸਤੀ ਹੋਏ ਨੇ। ਘਰ ਗ੍ਰਸਤ ਤੋਂ ਭਾਵ ਜਿਹੜੇ ਆਪਣੇ ਗ੍ਰਸਤ ਨੂੰ ਚਲਾਉਂਦੇ ਨੇ। ਗ੍ਰਸਤ ਜੀਵਨ ਹੋਣਾ ਅਤ ਜ਼ਰੂਰੀ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਗਿਆਨਨ ਮੇਂ ਗਿਆਨ ਔਰ ਧਿਆਨਨ ਮੇਂ ਧਿਆਨ, ਗੁਰ ਸਕਲ ਧਰਮ ਮੇਂ ਗ੍ਰਸਤ ਪ੍ਰਧਾਨ ਹੈ। ਗ੍ਰਸਤ ਨੂੰ ਧਰਮ ਨੂੰ ਵੱਡਾ ਧਰਮ ਕਿਹਾ ਹੈ, ਔਰ ਇਹਦਾ ਹੋਣਾ ਜ਼ਰੂਰੀ ਹੈ। ਤੋ ਲਾਵਾਂ ਜਿਹੜੀਆਂ ਨੇ ਇਹ ਪਰਿਕਰਮਾ ਨੇ, ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਅਸੀਂ ਇਰਦ ਗਿਰਦ ਅਸੀਂ ਜੋ ਲਾਵਾਂ ਲੈਂਦੇ ਹਾਂ, ਉਹ ਪਰਿਕਰਮਾ ਹੁੰਦੀਆਂ ਨੇ ਜੋ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਇਹ ਉਚਾਰਨ ਕੀਤੀਆਂ ਨੇ। ਅਸੀਂ ਜਦੋਂ ਵੀ ਸਿੱਖ ਧਰਮ ਵਿੱਚ ਜਨਮ ਲੈਂਦੇ ਹਾਂ, ਮੈਂ ਇੱਥੇ ਇੱਕ ਗੱਲ ਕਹਾਂਗਾ ਕਿ ਅਸੀਂ 4 ਤਰ੍ਹਾਂ ਦੇ ਸੰਸਕਾਰ ਹੁੰਦੇ ਨੇ। ਇੱਕ ਸੰਸਕਾਰ ਹੁੰਦਾ ਹੈ ਜਿਹੜਾ ਉਹ ਹੁੰਦਾ ਹੈ ਜਨਮ ਸੰਸਕਾਰ, ਜੋ ਅਸੀਂ ਜਨਮ ਲੈਂਦੇ ਹਾਂ ਪਰ ਸਾਨੂੰ ਉਸ ਬਾਰੇ ਪਤਾ ਨਹੀਂ ਹੁੰਦਾ। ਇੱਕ ਹੁੰਦਾ ਹੈ ਅੰਮ੍ਰਿਤ ਸੰਚਾਰ, ਜੋ ਅਸੀਂ ਗੁਰੂ ਪਾਸੋਂ ਲੈਂਦੇ ਹਾਂ, 5 ਪਿਆਰਿਆਂ ਪਾਸੋਂ। ਇੱਕ ਹੁੰਦਾ ਹੈ ਆਨੰਦ ਕਾਰਜ ਸੰਸਕਾਰ, ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਬੱਚੀ ਤੇ ਬੱਚੇ ਦਾ ਆਨੰਦ ਕਾਰਜ ਹੁੰਦੇ ਨੇ। ਚੌਥਾ ਸੰਸਕਾਰ ਹੁੰਦਾ ਮ੍ਰਿਤਕ ਸੰਸਕਾਰ। ਇਹ ਸੰਸਕਾਰ ਤੇ ਜਨਮ ਸੰਸਕਾਰ ਇਹ ਸਾਡੀ ਹੋਸ਼ ਹਵਾਸ ਵਿੱਚ ਨਹੀਂ ਹੁੰਦਾ। ਜਦੋਂ ਅਸੀਂ ਜਨਮ ਲਿਆ ਸਾਨੂੰ ਨਹੀਂ ਪਤਾ, ਜਦੋਂ ਸਾਡੀ ਮੌਤ ਹੋਣੀ ਹੈ ਤਦ ਵੀ ਸਾਨੂੰ ਨਹੀਂ ਪਤਾ ਲੱਗਣਾ। ਇਹ ਸੰਸਕਾਰਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਪਰ ਸਿੱਖੀ ਦੇ ਅੰਦਰ ਇਹ 4 ਸੰਸਕਾਰ ਨੇ। ਜਨਮ ਸੰਸਕਾਰ ਤੋਂ ਸਾਡਾ ਜਨਮ ਹੈ। ਫਿਰ ਜਦੋਂ ਗੁਰੂ ਦੇ ਘਰ ਸਾਡਾ ਜਨਮ ਹੋਣਾ ਹੈ, ਉਹਨੂੰ ਅੰਮ੍ਰਿਤ ਸੰਚਾਰ ਕਹਿੰਦੇ ਨੇ। ਜਦੋਂ ਅਸੀਂ 5 ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪੋਲ ਲੈ ਕੇ ਅਸੀਂ ਗੁਰੂ ਵਾਲੇ ਬਣਨੇ ਹਾਂ, ਉਦੋਂ ਇਹ ਅੰਮ੍ਰਿਤ ਸੰਚਾਰ ਹੁੰਦਾ ਹੈ। 2 ਸੰਸਕਾਰ ਸਾਡੇ ਜੀਵਨ ਦੇ ਵਿੱਚ ਜੋ ਅਸੀਂ ਹੰਢਾ ਸਕਨੇ ਹਾਂ। ਦੂਜਾ, ਕਈ ਇਸ ਤੋਂ ਵਾਂਝੇ ਰਹਿ ਜਾਂਦੇ ਨੇ ਜਿਹੜੇ ਅੰਮ੍ਰਿਤ ਸੰਚਾਰ ਨਹੀਂ ਲੈਂਦੇ, ਅਤੇ ਕਈ ਗ੍ਰਸਤੀ 'ਚ ਵੀ ਵਾਂਝੇ ਰਹਿ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਜਤੀ ਸਤੀ ਰਹਿਣਾ ਹੈ। ਮਹਾਰਾਜ ਨੇ ਕਿਹਾ ਨਹੀਂ, ਗ੍ਰਸਤ ਪ੍ਰਧਾਨ ਹੈ, ਤੈਨੂੰ ਗ੍ਰਸਤ ਜੀਵਨ ਅਪਣਾਉਣਾ ਪਏਗਾ। ਤਾਂ ਗੁਰੂ ਸਾਹਿਬ ਨੇ ਇਹ 4 ਸੰਸਕਾਰ ਸਾਨੂੰ ਦਿੱਤੇ ਨੇ। 2 ਅਸੀਂ ਆਪਣੇ ਜੀਵਨ ਦੇ ਵਿੱਚ ਹੰਢਾਉਂਦੇ ਹਾਂ। 2 ਦਾ ਹੁੰਦੇ ਤੇ ਹੈ ਨੇ, ਜਨਮ ਤੇ ਮੌਤ, ਪਰ ਅਸੀਂ ਉਸ ਨੂੰ
ਪਤਾ ਨਹੀਂ ਲੱਗ ਸਕਦਾ ਸਾਨੂੰ ਕਿ ਅਸੀਂ ਜਨਮ ਸੰਸਕਾਰ ਸਾਡਾ ਕਦੋਂ ਹੋਇਆ ਤੇ ਮੌਤ ਕਦੋਂ ਹੋਣੀ ਹੈ। ਤੋ ਇਹ ਜਿਹੜੀਆਂ ਲਾਵਾਂ ਨੇ ਗੁਰੂ ਸਾਹਿਬ ਦੇ ਜਿਹੜੇ 4 ਪੌੜੀਆਂ ਨੇ, ਇਹਦੇ ਵਿੱਚ 4 ਲਾਵਾਂ ਨੇ। ਵੈਸੇ ਤੇ ਇਹ 4 ਲਾਵਾਂ ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਦੀਆਂ ਨੇ। ਫਿਰ ਸੋਚ ਲਓ ਕਿ ਰੱਬ ਦੇ ਨਾਲ ਇੱਕ ਜੀਵ ਇਸਤਰੀ ਦਾ ਮਿਲਾਪ ਹੋਣਾ ਹੈ, ਉਹਦਾ ਵਿਆਹ ਹੋਣਾ ਹੈ। ਜਿਹੜੇ ਗੁਰਬਾਣੀ ਵਿੱਚ ਆਉਂਦੇ ਨੇ 4 ਤਰ੍ਹਾਂ ਦੇ ਵਿਆਹ ਹੁੰਦੇ ਨੇ ਗੁਰਬਾਣੀ ਦੇ ਵਿੱਚ, ਧਿਆਨ ਨਾਲ ਪੜ੍ਹੋ। ਇੱਕ ਤੇ ਹੁੰਦਾ ਹੈ ਜਿਹੜਾ ਆਤਮਾ ਦਾ ਸਾਡਾ ਪਰਮਾਤਮਾ ਦੇ ਨਾਲ, ਜੀਵ ਇਸਤਰੀ ਦਾ ਜਿਹੜਾ ਰੱਬ ਦੇ ਨਾਲ ਵਿਆਹ ਹੋਣਾ ਹੈ। ਇੱਕ ਵਿਆਹ ਹੁੰਦਾ ਹੈ ਸਰੀਰ ਤੇ ਆਤਮਾ ਦਾ ਵੀ ਵਿਆਹ ਹੁੰਦਾ ਹੈ। ਸਾਡਾ ਸਰੀਰ ਤੇ ਆਤਮਾ ਜਦੋਂ ਮੇਲ ਹੁੰਦਾ ਹੈ, ਇਹ ਵੀ ਵਿਆਹ ਹੁੰਦਾ ਹੈ। ਇੱਕ ਹੁੰਦਾ ਵਿਆਹ 2 ਸਰੀਰਾਂ ਦਾ, ਜਿਹੜੇ ਤੁਸੀਂ ਗ੍ਰਸਥ ਜੀਵਨ ਕਹਿੰਦੇ ਹੋ। ਜਿਸ ਤਰ੍ਹਾਂ ਕਹਿੰਦੇ ਨੇ ਧਨ ਪਿਰ ਇਹ ਨਾ ਆਖੀਏ, ਬਹਿਨ ਇਕੱਠੇ ਹੋਏ ਏਕ ਜੋਤ, ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਇੱਕ ਉਹ ਵਿਆਹ ਹੈ ਜਿਹੜੇ ਨਰ ਤੇ ਮਾਦਾ ਦਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 2 ਜੋਤਾਂ ਜਿਹੜੀਆਂ ਹੁੰਦੀਆਂ ਨੇ, ਮੂਰਤੀਆਂ ਇੱਕ ਜੋਤ ਹੋ ਜਾਂਦੀਆਂ ਨੇ। ਭਾਵ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਵਿਸ਼ਵਾਸ ਦਾ ਉਹ ਪ੍ਰਣ ਕਰਦੇ ਹਨ, ਜਿਹਨੂੰ ਗ੍ਰਸਥ ਜੀਵਨ ਕਹਿੰਦੇ ਹਨ। ਤੋ ਮਹਾਰਾਜ ਕਹਿੰਦੇ ਨੇ ਇੱਕ ਇਸ ਤਰ੍ਹਾਂ ਦਾ ਵੀ ਵਿਆਹ ਹੈ। ਇੱਕ ਹੁੰਦਾ ਹੈ ਜਿੰਦ ਤੇ ਮੌਤ ਦਾ ਵਿਆਹ। ਸਾਡਾ ਜਦੋਂ ਗੁਰਬਾਣੀ ਵਿੱਚ ਵੀ ਆਇਆ ਹੈ, ਜਿਤ ਦਿਹਾੜੇ ਧਨ ਵਰੀ ਸਾਹੇ ਲਹੇ ਲਿਖਾਏ। ਜਦੋਂ ਜੀਵ ਇਸਤਰੀ ਵਿਆਹੀ ਜਾਂਦੀ ਹੈ, ਉਸ ਸਮੇਂ ਉਹਦਾ ਮੌਤ ਦਾ ਸਮਾਂ ਵੀ ਲਿਖਿਆ ਜਾਂਦਾ ਹੈ। ਉਸ ਜਿੰਦ ਦਾ ਉਸ ਮੌਤ ਦੇ ਨਾਲ ਵੀ ਵਿਆਹ ਹੋਣਾ ਹੈ। ਇੱਕ ਸਰੀਰ ਦਾ ਪਰਮਾਤਮਾ ਦੇ, ਆਤਮਾ ਦਾ ਪਰਮਾਤਮਾ ਨਾਲ ਹੋਣਾ ਹੈ। ਇੱਕ 2 ਸਰੀਰਾਂ ਦਾ ਹੋਣਾ ਹੈ। ਇੱਕ ਸਰੀਰ ਤੇ ਆਤਮਾ ਦਾ ਹੋਣਾ ਹੈ। ਪਰ ਇੱਕ ਹੁੰਦਾ ਹੈ ਜਿੰਦ ਤੇ ਮੌਤ ਦਾ ਵਿਆਹ। ਇਹ ਸਾਡਾ ਮਹਾਰਾਜ ਕਹਿੰਦੇ ਨੇ ਧੁਰੋਂ ਹੀ ਲਿਖਿਆ ਹੋਇਆ ਵਿਆਹ। ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾਲੇ ਆਏ। ਕਹਿੰਦੇ ਨੇ ਜਦੋਂ ਮੌਤ ਦਾ ਫਰਿਸ਼ਤਾ, ਜਦੋਂ ਅਸੀਂ ਕੰਨਾਂ ਨਾਲ ਸੁਣੀਦਾ ਨਾ, ਤੇ ਉਹ ਮੂੰਹ ਵਿਖਾਉਂਦਾ ਆ ਕੇ ਕਿ ਤੇਰਾ ਹੁਣ ਮੌਤ ਦਾ ਸਮਾਂ ਆ ਗਿਆ ਹੈ। ਮੌਤ ਦਸਤਖਤ ਦਿੰਦੀ ਹੈ ਆ ਕੇ ਜਿੰਦ ਨੂੰ, ਭਾਈ ਹੁਣ ਤੂੰ ਤਿਆਰ ਹੋ ਜਾ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂੰ ਕੜਕਾਏ। ਫਿਰ ਉਹ ਕੀ ਕਰਦੀ ਹੈ, ਸਰੀਰ ਨਾਲ ਵਿਚਾਰੀ ਜਿੰਦ ਉਹਦੇ ਵਿੱਚੋਂ ਕੱਢ ਕੇ ਮੌਤ ਉਸ ਨੂੰ ਲੈ ਜਾਂਦੀ ਹੈ ਤੇ ਹੱਡਾਂ ਨੂੰ ਭੰਨ ਕੇ। ਉਸ ਟਾਈਮ ਦੇਖੋ ਜਦੋਂ ਮੌਤ ਹੁੰਦੀ ਹੈ ਨਾ, ਹੱਡਾਂ ਨੂੰ ਭੰਨਦੀ ਹੈ, ਕੜਕ ਕੜਕ ਦੀ ਆਵਾਜ਼ ਆਉਂਦੀ ਹੈ, ਕਿਉਂਕਿ ਉਹ ਜਿੰਦ ਜਾਣਾ ਨਹੀਂ ਚਾਹੁੰਦੀ। ਤੇ ਮੌਤ ਦਾ ਫਰਿਸ਼ਤਾ ਉਸ ਨੂੰ ਲੈਣ ਆਉਂਦਾ ਹੈ। ਸਾਹੇ ਲਿਖੇ ਨਾ ਚੱਲੇ ਜਿੰਦੂ ਕੂ ਸਮਝਾਏ। ਉਹ ਜਿੰਦ ਨੂੰ ਇਹ ਗੱਲ ਸਮਝਾ ਦਿੰਦੀ ਹੈ ਕਿ ਤੇਰਾ ਹੁਣ ਮੌਤ ਦਾ ਸਮਾਂ ਮਿਥਿਆ ਗਿਆ, ਹੁਣ ਤੂੰ ਮੇਰੇ ਨਾਲ ਚੱਲ, ਮੈਂ ਤੇਰੇ ਨਾਲ ਵਿਆਹ ਹੋ ਗਿਆ। ਜਿੰਦ ਵੋਟੀ, ਹੁਣ ਤੂੰ ਮੇਰੀ ਵੋਟੀ ਬਣ ਗਈ ਹੈ। ਜਿਸ ਤਰ੍ਹਾਂ ਘਰ ਵਾਲੇ ਦੀ ਅਸੀਂ ਕਹਿੰਦੇ ਨਾ ਸਾਡੀ ਵੋਟੀ ਹੈ, ਵਿਆਹ ਹੋ ਗਿਆ, ਇਸ ਤਰ੍ਹਾਂ ਮੌਤ ਵੀ ਕਹਿੰਦੀ ਹੈ ਚੱਲ ਭਾਈ ਤੂੰ ਮੇਰੀ ਵੋਟੀ ਬਣ। ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਨਾਏ। ਉਹ ਫਿਰ ਲਾਰਾ ਮੌਤ ਇੱਕ ਦਿਨ ਇਸ ਜਿੰਦ ਨੂੰ ਵਿਆਹ ਕੇ ਲੈ ਜਾਏਗਾ। ਇਹ ਵੀ ਮੌਤ ਔਰ ਲਾਰਾ ਵੀ ਸਾਨੂੰ ਇੱਕ ਦਿਨ ਇਸ ਜਿੰਦ ਨੂੰ ਲੈ ਕੇ ਚਲਾ ਜਾਏਗਾ। ਤੋ ਇਹ ਵੀ ਇੱਕ ਤਰ੍ਹਾਂ ਦਾ ਵਿਆਹ ਹੈ। ਤੋ ਗੁਰੂ ਮਹਾਰਾਜ ਕਹਿੰਦੇ ਨੇ ਇਹ 4 ਤਰ੍ਹਾਂ ਦੇ ਵਿਆਹ ਨੇ ਜੋ ਹਰ ਇੱਕ ਦੇ ਜੀਵਨ ਵਿੱਚ ਆਉਣੇ ਹੀ ਆਉਣੇ ਨੇ। ਤੋ ਆਓ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਦੇ ਸਦਕੇ ਜੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਜੋ ਲਾਵਾਂ ਉਚਾਰੀਆਂ ਨੇ, ਇਹ ਉਸ ਵੇਲੇ ਇੱਕ ਇਤਿਹਾਸ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਇੱਕ ਗਰੀਬੜਾ ਸਿੱਖ ਵਿਆਹ ਦੀ ਤਿਆਰੀ ਕੀਤੀ ਹੁੰਦੀ ਹੈ ਉਸਨੇ, ਤੇ ਜਦੋਂ ਉਹਨੇ ਵਿਆਹ ਦੀ ਤਿਆਰੀ ਕੀਤੀ ਹੁੰਦੀ ਹੈ ਤੇ ਉਹ ਪੰਡਤ ਜੀ ਕੋਲ ਜਾਂਦਾ ਹੈ ਕਿ ਮੇਰੇ ਫੇਰੇ ਕਰਾ ਦਿਓ। ਤੇ ਪੰਡਤ ਜੀ ਕਹਿੰਦੇ ਨੇ ਹੋ ਜਾਣਗੇ ਫੇਰੇ, ਪਰ ਇਸ ਦਾ ਖਰਚਾ 50 ਰੁਪਏ ਆਏਗਾ। 50 ਰੁਪਏ ਬਹੁਤ ਹੁੰਦੇ ਸਨ ਉਸ ਵੇਲੇ। ਉਹਦੇ ਕੋਲ ਪੂਰਾ ਹੀ 50 ਰੁਪਏ ਸੀ ਜਿਹਦੇ ਨਾਲ ਉਹਨੇ ਆਪਣੀ ਬੱਚੀ ਦਾ ਕਾਰਜ ਕਰਨਾ ਸੀ। ਬੜਾ ਕਿਹਾ ਪੰਡਤ ਜੀ ਨੂੰ, ਪੰਡਤ ਜੀ
मेरी शादी है बच्ची दी ते मेरे ते किरपा करो, मैं इन्नी माया नहीं दे सकदा। ਤੇ ਪੰਡਤ ਜੀ ਨੂੰ ਕਿਹਾ ਤੁਸੀਂ 25 ਰੁਪਏ ਲੈ ਲਓ ਪਰ ਮੇਰੇ ਬੱਚੀ ਦੇ ਆਨੰਦ ਕਾਰਜ ਕਰ ਦਿਓ। ਪਰ ਪੰਡਤ ਜੀ ਜਿੱਦ ਤੇ ਅੜ ਗਏ, ਕਹਿੰਦੇ ਨੇ ਜੀ ਨਹੀਂ, ਵਿਆਹ ਕਰਾਂਗੇ ਤੇ 50 ਰੁਪਇਆਂ ਨਾਲ ਹੀ ਹੋਣਾ ਹੈ। ਉਹ ਜਿਹੜੇ ਵੇਦੀ ਦੇ ਫੇਰੇ ਹੁੰਦੇ ਨੇ ਅੱਗ ਬਾਲ ਕੇ, ਜਿਹਦੇ ਸਰਾਊਂਡਿੰਗ 7 ਫੇਰੇ ਲੈਂਦੇ ਨੇ। ਬੜਾ ਕਹਿਣ ਤੇ ਜਦ ਨਹੀਂ ਮੰਨੇ ਤੇ ਨਿਰਾਸ਼ ਹੋ ਕੇ ਜਾ ਰਹੇ ਸਨ ਤੇ ਇੱਕ ਗੁਰਸਿੱਖ ਨਾਲ ਮੇਲ ਹੋਇਆ। ਗੁਰਸਿੱਖ ਨਾਲ ਮੇਲ ਹੋਇਆ ਤੇ ਸਿੱਖ ਕਹਿੰਦਾ ਮਹਾਰਾਜ, ਉਸ ਗੁਰਸਿੱਖੀ ਨੂੰ ਕਹਿੰਦਾ ਹੈ ਕਿ ਮੈਂ ਬੱਚੀ ਦੀ ਸ਼ਾਦੀ ਕਰਨੀ ਹੈ ਪਰ ਮੇਰੇ ਕੋਲ ਇਤਨੀ ਮਾਇਆ ਨਹੀਂ, ਪੰਡਤ ਜੀ ਇਤਨੀ ਮਾਇਆ ਮੰਗ ਰਹੇ ਨੇ। ਕਿ ਉਹ ਗੁਰਸਿੱਖ ਕਹਿੰਦਾ ਤੂੰ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਤੇ ਸਹੀ, ਉੱਥੇ ਜਾ ਕੇ ਆਨੰਦ ਕਾਰਜ ਕਰਵਾ ਲੈ, ਵਿਆਹ ਕਰਾ ਲੈ ਆਪਣੀ ਬੱਚੀ ਦਾ। ਜਦ ਉਹ ਜਾਂਦਾ ਹੈ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੈ, ਉੱਥੇ ਕੋਈ ਜਗਿਆਸੂ ਬੈਠਾ ਸੀ ਤੇ ਉਹ ਜਗਿਆਸੂ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਇੱਕ ਪਿਆਰ ਭਰੀ ਬੇਨਤੀ ਕਰਨ ਆਇਆ, ਮਹਾਰਾਜ ਮੈਂ ਚਾਹੁੰਦਾ ਹਾਂ ਕਿ ਮੇਰਾ ਪਰਮਾਤਮਾ ਦੇ ਨਾਲ ਕਿਸੇ ਤਰੀਕੇ ਮੇਲ ਹੋ ਜਾਏ। ਦੇਖੋ ਐਸੇ ਜਗਿਆਸੂ ਵੀ ਸੰਸਾਰ ਵਿੱਚ ਆਉਂਦੇ ਨੇ। ਅਸੀਂ ਤੇ ਧਨ ਮਾਲ ਇਹ ਚੀਜ਼ਾਂ ਇਕੱਠੀਆਂ ਕਰਨ ਵਾਸਤੇ ਗੁਰੂ ਕੋਲ ਜਾਈਦਾ ਹੈ, ਪਰ ਗੁਰੂ ਕੋਲ ਕੋਈ ਵਿਰਲਾ ਹੀ ਜਾਂਦਾ ਹੈ ਜਿਹੜਾ ਗੁਰੂ ਨੂੰ ਕਹਿੰਦਾ ਕਿ ਮੈਨੂੰ ਤੂੰ ਪਰਮਾਤਮਾ ਨਾਲ ਮਿਲਾ ਦੇ। ਤੇ ਉਹ ਸਿੱਖ ਇੱਕ ਆਸ ਲੈ ਕੇ, ਇੱਕ ਜਗਿਆਸਾ ਲੈ ਕੇ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਫਰਿਆਦ ਕਰ ਰਿਹਾ ਸੀ, ਮਹਾਰਾਜ ਮੈਂ ਉਸ ਪਰਮਾਤਮਾ ਦੇ ਨਾਲ ਮੇਲ ਕਰਨਾ ਚਾਹੁੰਦਾ ਵਾਂ। ਇਸ ਦਰਮਿਆਨ ਉਹ ਸਿੱਖ ਆ ਗਿਆ, ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਂ ਆਨੰਦ ਕਾਰਜ ਕਰਨਾ ਹੈ, ਪੰਡਤ ਜੀ ਇੰਨਾ ਖਰਚਾ ਦੱਸ ਰਹੇ ਨੇ, ਮੇਰੀ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਉਸ ਕਾਰਜ ਨੂੰ ਕਰ ਲਵਾਂ। ਤੇ ਮਹਾਰਾਜ ਨੇ ਫਿਰ ਉਸ ਵੇਲੇ ਕਿਹਾ, ਸਿੱਖਾ ਅਸੀਂ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਸਦਕੇ, ਪਰਮਾਤਮਾ ਦੀ ਬਖਸ਼ਿਸ਼ ਦੇ ਸਦਕੇ ਇਹ ਲਾਵਾਂ ਉਚਾਰੀਆਂ ਨੇ। ਜਿਹੜਾ ਵੀ ਗੁਰੂ ਸਾਹਿਬ ਦੇ ਸਨਮੁਖ ਬੈਠ ਕੇ ਉਹਦੇ ਚੌਗਿਰਦ ਇਹ ਚਾਰੋਂ ਲਾਵਾਂ ਲਏਗਾ ਤੇ ਉਹਦੇ ਗ੍ਰਸਥ ਜੀਵਨ ਦੀ ਸ਼ੁਰੂਆਤ ਗੁਰੂ ਸਾਹਿਬ ਦੀ ਮੋਹਰ ਲੱਗ ਜਾਏਗੀ ਔਰ ਇਹਦੇ ਵਿੱਚ ਕੋਈ ਭੇਟਾ ਮਾਇਆ ਨਹੀਂ ਹੋਏਗੀ। ਇਹ ਸਾਡੀ ਸ਼ਰਧਾ ਹੁੰਦੀ ਹੈ ਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ ਜੋ ਵੀ ਅਸੀਂ ਮਾਇਆ ਭੇਟਾ ਅਸੀਂ ਦਿੰਦੇ ਹਾਂ। ਤੋ ਮਹਾਰਾਜ ਨੇ ਉੱਥੇ ਫਿਰ ਇਹ ਸਮਝਾਇਆ ਤੇ ਫਿਰ ਇਹ ਲਾਵਾਂ ਦਾ ਜਿਹੜਾ ਸਿਸਟਮ ਹੈ ਸਾਧ ਸੰਗਤ, ਇਹ ਫਿਰ ਉਦੋਂ ਤੋਂ ਸ਼ੁਰੂ ਹੋਇਆ। ਦੇਖੋ ਜਦੋਂ ਆਨੰਦ ਕਾਰਜ ਸ਼ੁਰੂ ਹੁੰਦੇ ਨੇ ਤੇ ਸਭ ਤੋਂ ਪਹਿਲਾਂ ਸਾਧ ਸੰਗਤ ਇੱਕ ਜਿਹੜੀ ਵੱਡੀ ਗੱਲ ਹੈ, ਉਹਦੇ ਵਿੱਚ 2 ਅਰਦਾਸਾਂ ਹੁੰਦੀਆਂ ਨੇ ਤੇ 2 ਹੁਕਮਨਾਮੇ ਹੁੰਦੇ ਨੇ। ਆਪ ਸਾਰੇ ਇਸ ਗੱਲ ਤੋਂ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਆਨੰਦ ਕਾਰਜ ਵੇਲੇ 2 ਅਰਦਾਸਾਂ ਹੁੰਦੀਆਂ ਨੇ। ਪਹਿਲੀ ਅਰਦਾਸ ਹੁੰਦੀ ਏ ਸਿਰਫ ਬੱਚੇ ਦੇ ਮਾਤਾ ਪਿਤਾ ਨੂੰ ਤੇ ਬੱਚੇ ਨੂੰ ਖੜਾ ਕਰਕੇ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਅਰਦਾਸ ਕਰਦੇ ਨੇ, ਜਿਹਦੇ ਵਿੱਚ ਸੰਗਤ ਬੈਠੀ ਹੋਈ ਹੈ ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਸਦਕੇ ਉਹ ਅਰਦਾਸੀ ਸਿੰਘ ਅਰਦਾਸ ਕਰਦੇ ਨੇ, ਬੱਚੀ ਦੀ ਆਨੰਦ ਕਾਰਜ ਵਾਸਤੇ ਆਗਿਆ ਮੰਗਦੇ ਨੇ। ਇਹ ਗੱਲਾਂ ਮੈਂ ਤਾਂ ਕਹਿ ਰਿਹਾ ਕਿ ਇਹ ਭੂਮਿਕਾ ਹੈ, ਇਹ ਸਾਡੀ ਇੱਕ ਰਿਵਾਇਤ ਹੈ, ਇਹ ਸਾਡੀ ਇੱਕ ਮਰਿਆਦਾ ਹੈ, ਜਿਸ ਮਰਿਆਦਾ ਦੇ ਵਿੱਚ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਨੂੰ ਇੱਕਦਮ ਸਮਕਸ਼ ਵਜਾਣ ਕੇ ਅਸੀਂ ਆਨੰਦ ਕਾਰਜ ਦੀ ਆਰੰਭਤਾ ਕਰੀ ਦੀ। ਫਿਰ ਉਸ ਅਰਦਾਸ ਵਿੱਚ ਉਸ ਆਨੰਦ ਕਾਰਜ ਦੀ ਆਰੰਭਤਾ ਵਾਸਤੇ ਗੁਰੂ ਪਾਸੋਂ ਆਗਿਆ ਮੰਗੀ ਜਾਂਦੀ ਹੈ। ਫਿਰ ਹੁਕਮਨਾਮਾ ਹੁੰਦਾ ਹੈ, ਇੱਕ ਹੁਕਮਨਾਮਾ ਹੈ। ਜ਼ਿੰਦਗੀ ਦੇ ਵਿੱਚ 2 ਹੁਕਮਨਾਮੇ ਇਹ ਜਿਹੜੇ ਆਨੰਦ ਕਾਰਜ ਵਿੱਚ ਹੁੰਦੇ ਨੇ, ਜਾਂ ਇੱਕ ਅੰਮ੍ਰਿਤ ਵੇਲੇ, ਅੰਮ੍ਰਿਤ ਸੰਚਾਰ ਵੇਲੇ, ਇਹ ਸਾਡੀ ਹੋਸ਼ ਵਿੱਚ ਹੁੰਦੇ ਨੇ। ਇਹ ਸਿੱਖ ਨੂੰ ਅਕਸਰ ਯਾਦ ਹੋਣੇ ਚਾਹੀਦੇ ਨੇ ਕਿ ਮੇਰੇ ਆਨੰਦ ਕਾਰਜ ਵੇਲੇ ਕਿਹੜਾ ਹੁਕਮਨਾਮਾ ਆਇਆ ਸੀ, ਜਾਂ ਜਦੋਂ ਮੈਂ ਅੰਮ੍ਰਿਤ ਛਕਿਆ ਸੀ ਉਦੋਂ ਕਿਹੜਾ ਹੁਕਮਨਾਮਾ ਸੀ। ਤੋ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਸਦਕੇ ਫਿਰ 4 ਲਾਵਾਂ ਫੇਰੇ ਹੁੰਦੇ ਨੇ, ਜਿਹਨੂੰ ਅਸੀਂ ਆਨੰਦ ਕਾਰਜ ਕਹਿੰਦੇ ਹਾਂ। ਇਹ ਸਾਡੀ ਬੜੀ ਵੱਡੀ ਇੱਕ ਪ੍ਰਾਪਤੀ ਹੈ
कि साडा एक आनंद कारज का एक्ट वखरा बन गया भारत संविधान के अंदर। पहला असी हिंदू एक्ट ही चाहते सां, पर ज्यों ज्यों इस दी लड़ाई चली फिर असी हुण आनंद कारज एक्ट विच आने हाँ। जिन्हां दी बच्चियां दी शादी सिख परिवारां दी हुंदी है वो फिर आनंद कारज दे एक्ट विच आउंदे ने। तो फिर दूजी अरदास जदों चारों लावां हो जांदियां ने, शबद भी पढ़े जाते हैं, फिर उस तो बाद आनंद साहब का पाठ करके अखीर विच भाई साहब अरदास करते हैं, फिर हुक्मनामा हुंदा है। ये दो अरदासां हुंदियां ने, दो हुक्मनामे हुंदे ने। तो गुरु महाराज ने ये सूई राग विच, क्योंकि सूई राग है, राग का भी समा हुंदा है। राग दिन के 12 बजे तक, अमृत वेले तो दिन के 12 बजे तक इस राग नूं गाया जाता है। तां ही पुरातन समय विच वड्डे साडे बजुर्ग कहते सन, भाई बच्चे बच्ची की शादी है तो इसका समा कोशिश करो 12 बजे तो पहला ही आनंद कारज असी निबेड़ दईए। क्यों? क्योंकि राग की प्रसन्नता भी मिलती है, धन गुरु रामदास पातशाह की भी मिलती है। पर इसका रूप बिगड़ता गया। अज 5-5 बजे तक बरातां पहुँचदियां ने, और जिदे करके ये फिर जितनियां भी विघन आंदियां ने ग्रस्त जीवन विच, ਉਹਦੇ ਵਿੱਚ गुरु महाराज की या राग की खुशी प्राप्त नहीं होती। हर राग का समा हुंदा है, किस वेले उस राग ने खुलना है, किस वेले उस राग ने बंद होना है। बसंत राग खुलदा है, तुसी जदों वेखदे हो, जदों शारे शबद असी पढ़े सी बसंत राग दे, बसंत की वार महल पंजवां, ये बसंत के दिनों में 35-40 दिन राग खुलदा है। सो ये चीज़ां गुरु महाराज ने एक सानू बंदिश विच रखियां ने, जिहदी असी जदों भी ये नियम तो मर्यादा तो कोई भी पलट होंदा है तो उन्होंने फिर ये दुखों का सहार, वड्डे वड्डे दुख सहारने पैंदे ने। तो धन गुरु रामदास पातशाह ने फिर उस सिख की बच्ची दे आनंद कारज अपनी मौजूदगी दे विच उस दे लावां फेरे कीते, जिन्हों असी आनंद कारज भी कहने हाँ। ये कारज ऐसा है, आनंद का कारज है। देखो, एक आनंद साहब की बाणी ऐसी है कि गुरसिख सुख होवे दुख होवे उत्थे आनंद नाल जरूर जोड़िया है। रब ना करे किसी छोटे बच्चे की, जवान बच्चे की भी मौत हो जाती है तो असी उसनूं लंबू ला के फिर गुरुद्वारे साहब आके अलाणियां का पाठ करके मिठा भाव देग बना के आनंद साहब का पाठ करीदा है। गुरु साहब ने कहा, मेरा सिख हर वेले आनंद विच है। तो आनंद का ही कारज ने, कोई भी कारज गुरु साहब ने उन्होंने आनंद ही किया है, क्योंकि आनंद होंदा है जो गुरु मर्यादा विच होंदा है, जो गुरु की मौज विच होंदा है। असी गुरु की खुशी लैनी है। तो महाराज अज इस जिहड़ा सूई महला चौथा, इनू एवें पढ़ना है, सूई महला चौथा, राग सूई है ते महला चौथा भाव धन गुरु रामदास पातशाह जी वालों ये बाणी उचारी जा रही है। हर पहलड़ी लाव पर विरती कर्म दृढ़ाया बलराम जीओ। गुरु साहब कहते ने बलराम जीओ। बलराम भाव हे परमात्मा, हे राम जी, वाहिगुरु जी, मैं तुहाडे तो बलिहार जाना वा, कुर्बान जाना वा, सदके जाना वा। कादे वास्ते कि तुसी मनु जेड़े मेरी इस तरह मान लो आत्मा दी परमात्मा नाल आनंद कारज होने लगा है, जिस तरह बच्ची दे नाल होने लगा है, क्योंकि बाणी अंदरूनी भी विचार करती है ते बैरूनी भी करती है। तो महाराज कहते ने अज आत्मा का परमात्मा नाल विआह होने लगा, आनंद कारज होने लगा है। या इस तरह कह लो कि एक बच्ची ते बच्ची दे दो शरीरां दा आनंद कारज होने लगा है। तो वो पहली लाभ लैन लगे ने, तो उहदे विच महाराज कहते ने हर पहलड़ी लाभ पर विरती कर्म दिड़ाया। पर विरती कर्म भाव कि ओ वजे कर्म जिहड़े
परमात्मा दे नाम दे नाल रुझण वाले कि एक माड़ी आदत छड्ड के चंगी आदत अडॉप्ट करनी। जिस तरह बच्ची किसी दूजे घर जावे तो अपनियां जे कोई माड़ियां आदतां ने पहली लाभ जिहड़ी उन्हें लैनी है ਉਹਦਾ ਕਰਮ प्रवृत्ति हो जाए, भाव कि ਉਹ ਹੁਣ ਆਪਣੀਆਂ ਜਿਹੜੀਆਂ ਵੀ ਕੋਈ ਚੰਚਲ ਆਦਤਾਂ ਨੇ ਮਾੜੀਆਂ ਆਦਤਾਂ ਨੇ ਜੀਵ ਰੂਪੀ ਇਸਤਰੀ ਉਹ ਛੱਡ ਕੇ ਹੁਣ ਪਤੀ ਪਰਮੇਸ਼ਰ ਦੇ ਘਰ, ਭਾਵ ਕਿ ਚੰਗੇ ਕਰਮ प्रवृत्ति ਕਰਮ ਅੱਛੀ ਆਦਤਾਂ ਲੈ ਕੇ ਉਸ ਨੂੰ ਦ੍ਰਿੜ ਕਰਕੇ ਇਹ ਪਹਿਲੀ ਲਾਭ ਉਹਨੇ ਲੈਣੀ ਹੈ। ਜਿਸ ਤਰ੍ਹਾਂ ਅਸੀਂ ਆਤਮਾ ਨੇ ਪਰਮਾਤਮਾ ਦੇ ਘਰ ਜਾਣਾ ਹੈ ਤੇ ਉਹਦੇ ਵਾਸਤੇ ਆਪਣੇ ਅਸੀਂ ਭੈੜੀਆਂ ਵਿਕਾਰਾਂ ਵਾਲੀਆਂ ਬਿਰਤੀਆਂ ਨੂੰ ਛੱਡ ਕੇ ਅਸੀਂ ਪਰਮਾਤਮਾ ਦੇ ਨਾਲ ਵਿਆਹਣ ਜਾ ਰਹੇ ਹਾਂ ਤੇ ਉਹ ਪ੍ਰਵਿਰਤੀ ਕਰਮ ਭਾਵ ਕਿ ਚੰਗੇ ਆਪਣੇ ਫਰਜ਼ ਡਿਊਟੀ ਅਸੀਂ ਉਹ ਚੰਗੇ ਕਰਮ ਦ੍ਰਿੜ ਕਰਨੇ ਨੇ। ਇਹ ਪਹਿਲੀ ਲਾਭ ਸਾਡੀ ਆਰੰਭ ਹੋ ਰਹੀ ਹੈ। तो महाराज कहते ने बाणी ब्रह्मा वेद धर्म दृढ़ो पाप तजाया बलराम जियो। कहते ने मैनू ना बाणी, बाणी की ये गुरु है, बाणी गुरु, गुरु है बाणी, विच बाणी अमृत सारे। कहते ने इस बाणी ने मैनू इन्ना, गुरु की बाणी ने मैनू दृढ़ करा दिता है कि जिहड़े ब्रह्मा दे वेद ने मेरे वास्ते यही बाणी है। जिस तरह असीं पढ़ते हैं ना जपजी साहिब विच, गुर ईश्वर गुर गोरख ब्रह्मा गुर पार्वती माई। साडा गुरु ब्रह्मा ही साडा गुरु है, भाव कि असीं गुरु विचों ही सब कुछ लभ लैंदे। गुरु ही ब्रह्मा है, गुरु ही ईश्वर है साढ़े वास्ते। तो महाराज कहते ने जिहड़ी मैं बाणी दृढ़ कराई है महाराज ने, उही मेरे ब्रह्मा वेद ने। धर्म दृढ़ो, अपने धर्म नू पक्का कर लिया। धर्म की है? फर्ज ड्यूटी रब दे प्रति। एक धर्म कानून भी है, धर्म मर्यादा भी है। मैं धर्म नू दृढ़ कर लिया ते मैं हुण हरि दे नाम नू ध्याना कर लिया। जदों मैं पहली लाभ लैनी शुरू की ना, उस जीव इस्त्री ने अपनियां माड़ियां आदतां छड्ड के गुरु दे सन्मुख होके एक प्रण कर लिया कि अज तो बाद मेरे वास्ते ब्रह्मा दे वेद, ये सिमरतियां, यही गुरु ने मेरे बस। गुरु ही है मेरा। जे मैं गुरु नू जप लिया दे विच सब आपे ही आ जाणगे। सिमरत नाम दृढ़ाया, यही सिमरतियां ने जिहड़ियां, यही मेरे वास्ते उपदेश है गुरु दा। जो मैनू गुरु उपदेश दिंदा यही सिमरतियां ने। ये मैं दृढ़ कर लिया, नाम नू दृढ़ कर लिया। देखो धर्म नू पक्कियां करना वड्डी गल है। जो गुरु कहता है, जो साडी मर्यादा है, असी उसनू दृढ़ कराना है। ये पहली लाभ है। असी समझो एक तो जीवन की गृहस्थ नू चलाने वास्ते लावां ने, एक ने जिहड़ी परमात्मा दे नाल मिलनी है ਉਹਦੇ वास्ते भी सानू धर्म नू दृढ़ करना पेगा, ਉਹਦੀ मर्यादा विच रहना पेगा। वो किन्ने दिखाया? सतगुर गुरपूरा आराधो। उस पूरे सतगुरु नू गुरु साहब कहते ने मैं आराधना शुरू कर दिता है। पूरे सतगुरु नू देखो अधूरे बड़े ने दुनिया विच, अधूरे बड़े कामल गुरु घट ही मिलणगे तुहानू। वो श्री गुरु ग्रंथ साहब ही ने जिहड़े तुहानू सही राह दिखाणगे। जे असी दम्मी पखंडियां दे मगर लगांगे, अन्नियां दे मगर लगांगे तो अन्ने ही हो जावांगे। कहते ने गुरु जिना का अंधला सिख भी अंधे कर्म करेन। जिन्हां दा गुरु अन्ना हुंदा है, भाव कि वह आप ते पहुंचिया नहीं हुंदा उस परमात्मा दे घर तक,
ਤੇ ਜਿਹੜਾ ਸਿੱਖ ਉਸ ਗੁਰੂ ਦੇ ਨਾਲ ਲੱਗ ਗਿਆ ਉਹ ਵੀ ਅੰਨੇ ਹੀ ਕਰਮ ਕਰੇਗਾ। ਤਾਂ ਹੀ ਗੁਰੂ ਸਾਹਿਬ ਨੇ ਬਹੁਤ ਜਗ੍ਹਾ ਪੂਰੇ ਗੁਰੂ ਦੀ ਗੱਲ ਕੀਤੀ ਹੈ। ਜਦੋਂ ਗੁਰੂ ਤੇਗ ਬਹਾਦਰ ਬਾਬਾ ਜੀ ਬਾਬਾ ਬਕਾਲਾ ਦੀ ਧਰਤੀ ਤੇ ਭੌਰੇ ਵਿੱਚ ਬੈਠੇ ਹੋਏ ਸਨ ਤੇ ਮੱਖਣ ਸ਼ਾਹ ਲੁਬਾਣਾ ਬਕਾਲੇ ਦੀ ਧਰਤੀ ਤੇ ਜਦ ਗੁਰੂ ਨੂੰ ਭਾਲ ਕਰਨ ਵਾਸਤੇ ਆਇਆ ਤੇ ਉੱਥੇ ਸੋਢੀ ਕੁਲ ਦੇ ਕਿੰਨੇ ਗੁਰੂ 22 ਗੁਰੂ ਮੰਜੀਆਂ ਲਾ ਕੇ ਬੈਠ ਗਏ, ਆਪਣੀਆਂ ਗੱਦੀਆਂ ਲਾ ਕੇ ਬੈਠ ਗਏ ਕਿ ਮੈਂ ਵੀ ਗੁਰੂ ਹਾਂ, ਮੈਂ ਵੀ ਗੁਰੂ ਹਾਂ। ਪਰ ਸੱਚੇ ਗੁਰੂ ਦੀ ਭਾਲ ਤੇ ਸਾਧ ਸੰਗਤ ਇਹ ਤੇ ਸਾਡੀ ਖੁਦਕਿਸਮਤੀ ਹੈ ਜੋ ਸਾਨੂੰ ਇਹ ਭਾਲ ਨਹੀਂ ਕਰਨੀ ਪੈ ਰਹੀ। ਨਹੀਂ ਤੇ ਦੇਖੋ, ਤੁਸੀਂ ਇੱਕ ਮਟਕਾ ਲੈਣ ਜਾਂਦੇ ਹੋ ਨਾ ਪਾਣੀ ਦਾ, ਤੇ ਉਹਨੂੰ ਵੀ ਠਣਕਾ ਕੇ ਦੇਖਦੇ ਹੋ ਕਿੱਥੇ ਤਰੇੜ ਤੇ ਨਹੀਂ ਹੈਗੀ, ਕਿੱਥੇ ਲੀਕ ਤੇ ਨਹੀਂ ਹੋ ਰਿਹਾ। ਤੇ ਜੇ ਆਪਣੇ ਜੀਵਨ ਵਿੱਚ ਗੁਰੂ ਧਾਰਨ ਕਰਨਾ ਹੈ ਤੇ ਉਹਦੀ ਭਾਲ ਤੇ ਕਰਾਂਗੇ, ਕਿਉਂਕਿ ਉਹ ਗੁਰੂ ਨੇ ਰੱਬ ਤੱਕ ਪਹੁੰਚਾਉਣਾ ਹੈ। ਤੇ ਅਸੀਂ ਜੇ ਦੰਮੀ ਪਖੰਡੀ ਕੋਲੋਂ ਕਈਆਂ ਨੇ ਗੁਰੂ ਬਣਾਏ ਹੋਣਗੇ, ਪਰ ਜਦੋਂ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਜਗ ਜ਼ਾਹਿਰ ਹੁੰਦੀਆਂ ਨੇ, ਆਪ ਜੇਲ੍ਹਾਂ 'ਚ ਪਏ ਹੁੰਦੇ ਨੇ, ਤੇ ਉਸ ਵੇਲੇ ਕਿਤਨਾ ਮਨ ਵਿੱਚ ਦੁੱਖ ਹੁੰਦਾ ਕਿ ਇਹ ਵਜ੍ਹਾ ਨੂੰ ਮੈਂ ਗੁਰੂ ਬਣਾ ਲਿਆ। ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਭਾਲ ਕਰਨ ਦੀ ਲੋੜ ਨਹੀਂ ਹੈ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਮੈਂ ਤੈਨੂੰ ਸੋਧ ਕੇ ਕਹਿ ਰਿਹਾ ਵਾਂ। ਜਿਸ ਤਰ੍ਹਾਂ ਕਿਸੇ ਨੇ ਟੋਟਲ ਲਾ ਲਵੇ, ਕੋਈ ਦੁਕਾਨ ਤੇ ਕੋਈ ਪਾਰਟਨਰ ਬੈਠਾ ਹੋਵੇ ਤੇ ਗਾਹਕ ਆਵੇ ਤੇ ਉਹ ਟੋਟਲ ਲਾਵੇ ਤੇ ਟੋਟਲ ਲਾ ਕੇ ਕਵੇ ਜੀ ਦੂਜੇ ਨੂੰ, ਪਾਰਟਨਰ ਨੂੰ ਕਵੇ ਕਿ ਮੈਂ ਇਸ ਨੂੰ ਸੋਧ ਲਿਆ, ਤੂੰ ਹੁਣ ਟੋਟਲ ਨਾ ਕਰ ਪਾਵੇਂ। ਗੁਰੂ ਸਾਹਿਬ ਕਹਿੰਦੇ ਨੇ ਮੈਂ ਸਾਰਾ ਕੁਝ ਟਟੋਲ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਕਹਿ ਦਿੱਤਾ। ਨਾਨਕ ਸੋਧੈ, ਸੋਧ ਕੇ ਕਹਿ ਰਹੇ ਨੇ, ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਔਰ ਗੁਰੂ ਵਿੱਚ ਹੁਣ ਕੋਈ ਭੇਦ ਨਹੀਂ ਹੈ। ਹੁਣ ਇਹ ਸ਼ੰਕਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਾ ਆਈ ਕਿ ਗੁਰੂ ਹੋਰ ਹੈ ਤੇ ਪਾਰ ਬ੍ਰਹਮ ਹੋਰ ਹੈ। ਗੁਰ ਪਰਮੇਸ਼ਰ ਇੱਕੋ ਜਾਣ, ਤੇ ਤਾਂ ਤੇਰੇ ਜੀਵਨ ਦੀ ਇਹ ਖੇਡ ਆਰੰਭ ਹੋਣੀ ਹੈ। ਤਾਂ ਤੂੰ ਪਰਮਾਤਮਾ ਦੇ ਘਰ ਜਾਣ ਵਾਸਤੇ ਪਹਿਲਾ ਸਟੈਪ ਹੈ। ਜੇ ਸੋਚੇ ਚਲੋ ਗੁਰੂ ਕੋਲ ਚਲੇ ਜਾਂਦੇ ਆ, ਦੇਖਦੇ ਆ ਖੈਰ ਪੈਂਦੀ ਹੈ, ਨਹੀਂ। ਜੇ ਗੁਰੂ ਕੋਲ ਜਾਣਾ ਹੀ ਤੇ ਪੱਕਾ ਨਿਸ਼ਚਾ ਕਰਕੇ ਜਾ। ਜਿਸ ਤਰ੍ਹਾਂ ਕਹਿੰਦੇ ਨੇ ਸਤਿਗੁਰ ਗੁਰਪੂਰਾ ਆਰਾਧੋ, ਉਸ ਪੂਰੇ ਗੁਰੂ ਨੂੰ। ਤਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਾ ਗੁਰੂ ਮਹਾਰਾਜ ਨੇ, ਹੁਣੇ ਮੈਂ ਦਾਸ ਨੇ ਸ਼ਬਦ ਪੜ੍ਹਿਆ ਨਾ, ਗੁਰ ਪੂਰਾ ਭੇਟਿਓ ਵਡਭਾਗੀ। ਪੂਰੇ ਗੁਰੂ ਦੀ ਗੱਲ ਪੂਰਾ ਕਿਉਂ ਲਾਣਾ ਪਿਆ? ਕਿਉਂਕਿ ਉਸ ਵੇਲੇ ਵੀ 22 ਗੁਰੂ ਬਣ ਬੈਠੇ ਸਨ। ਅੱਜ ਵੀ ਇੱਟ ਪੱਟੋ ਤੇ ਗੁਰੂ ਨੇ, ਹਰ ਕੋਈ ਆਪਣੇ ਆਪ ਨੂੰ ਗੁਰੂ ਬਣਾਈ ਬੈਠਾ ਹੈ। ਪੰਜਾਬ ਦੀ ਧਰਤੀ ਤੇ ਚਲੇ ਜਾਓ, ਹਜ਼ਾਰਾਂ ਹੀ ਗੁਰੂ ਬਣੇ ਬੈਠੇ ਨੇ। ਗੁਰੂ ਮਹਾਰਾਜ ਨੇ ਤਾਂ ਹੀ ਹਰ ਜਗ੍ਹਾ ਤੇ ਕਿਹਾ ਗੁਰ ਪੂਰੇ ਮੇਰੀ ਰਾਖ ਲਈ, ਗੁਰ ਪੂਰੇ ਕਿਰਪਾ ਧਾਰੀ, ਗੁਰ ਪੂਰੇ ਚਰਨੀ ਲਾਇਆ। ਇਹ ਸਾਰੇ ਸ਼ਬਦ ਸਾਨੂੰ ਕੀ ਕਹਿੰਦੇ ਪਏ ਨੇ? ਇਹੀ ਸ਼ਬਦ ਕਹਿ ਰਹੇ ਨੇ ਕਿ ਭਾਈ ਤੁਸੀਂ ਪੂਰੇ ਗੁਰੂ ਨੂੰ ਆਰਾਧਨਾ ਕਰੋ। ਇਹ ਨਾ ਹੋਵੇ ਜੀਵਨ ਥੋੜਾ ਹੈ, ਭਗਤੀ ਵੀ ਕੀਤੀ ਪਰ ਉਹ ਐਸੇ ਗੁਰੂ ਦੀ ਕਰ ਦਿੱਤੀ ਜਿਹੜਾ ਆਪ ਡੁੱਬਿਆ ਸੀ, ਉਹਨੇ ਤੁਹਾਨੂੰ ਵੀ ਡੋਬ ਦਿੱਤਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰ ਗੁਰਪੂਰਾ ਆਰਾਧੋ, ਪੂਰੇ ਗੁਰੂ ਨੂੰ ਆਰਾਧਨਾ ਕਰੋ। ਕੀ ਹੋਏਗਾ? ਸਭ ਕਿਲ ਵਿਖ ਪਾਪ ਗਵਾਇਆ। ਕਿਲ ਵਿਖ ਇਹ ਵੀ ਪਾਪ ਹੀ ਨੇ, ਤੇ ਪਾਪ ਵੀ ਮਹਾਰਾਜ ਕਹਿੰਦੇ ਨੇ ਜਦੋਂ ਤੁਸੀਂ ਪੂਰੇ ਗੁਰੂ ਦੀ ਆਰਾਧਨਾ ਕਰੋਗੇ, ਉਸ ਪੂਰੇ ਗੁਰੂ ਨੂੰ ਸਿਮਰੋਗੇ, ਤੇ ਤੁਹਾਡੇ ਜਿੰਨੇ ਪਾਪ ਨੇ ਉਹ ਤੁਹਾਡੇ ਆਪਣੇ ਆਪ ਉਤਰ ਜਾਣਗੇ, ਖਤਮ ਹੋ ਜਾਣਗੇ। ਕੁਝ ਪਾਪ ਅਸੀਂ ਅਣਜਾਣੇ ਵਿੱਚ ਕੀਤੇ ਨੇ ਤੇ ਕੁਝ ਜਾਣ ਕੇ ਕੀਤੇ ਹੋਏ ਨੇ। ਕੁਝ ਅਸੀਂ ਪਾਪਾਂ ਨੂੰ
ਇੱਕ ਸਾਡੇ ਪਿਛਲੇ ਕਰਮਾਂ ਦੇ ਵੀ ਪਾਪ ਨੇ, ਕੁਛ ਅਸੀਂ ਇੱਥੇ ਵੀ ਕਮਾ ਲਏ ਨੇ। ਪਰ ਜਦੋਂ ਤੁਸੀਂ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਓਗੇ, ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਆਰਾਧਨਾ ਕਰੋਗੇ, ਆਪਣੀਆਂ ਮਾੜੀਆਂ ਆਦਤਾਂ ਛੱਡ ਕੇ ਇਹ ਪਹਿਲੀ ਲਾਭ ਹੈ। ਫਿਰ ਤੁਸੀਂ ਉਸ ਗੁਰੂ ਨੂੰ ਹੀ ਸਭ ਕੁਝ ਸਮਝੋਗੇ ਕਿ ਮੇਰੇ ਵਾਸਤੇ ਬ੍ਰਹਮਾ ਵੀ ਆਈ ਹੋਈ ਹੈ, ਵੇਦ ਵੀ ਆਈ ਹੋਏ ਨੇ, ਸਿਮਰਤੀਆਂ ਵੀ ਨੇ, ਪੁਰਾਣ ਵੀ ਨੇ, ਭਾਵ ਈਸ਼ਰ ਵੀ ਮੇਰੀ ਤਰਫੋਂ ਸਾਰਾ ਕੁਝ ਮੇਰਾ ਗੁਰੂ ਹੈ। ਭਾਵ ਕਿ ਸਭ ਕੁਝ ਤੁਸੀਂ ਗੁਰੂ ਨੂੰ ਸਰੈਂਡਰ ਕਰ ਦਿੱਤਾ, ਫਿਰ ਉਹਨੂੰ ਆਰਾਧਨਾ ਕੀਤਾ, ਤੇ ਗੁਰੂ ਸਭ ਤੋਂ ਪਹਿਲਾਂ ਸਾਡੇ ਸਾਰੇ ਪਾਪਾਂ ਨੂੰ ਮੁਕਾ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਜਦੋਂ ਪਾਪ ਮੁੱਕਦੇ ਨੇ ਤੇ ਕੀ ਹੁੰਦਾ? ਮਹਾਰਾਜ ਕਹਿੰਦੇ ਨੇ ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਉਹ ਸਹਿਜ ਵਿੱਚ ਆ ਜਾਂਦਾ ਹੈ, ਆਤਮਿਕ ਅਡੋਲਤਾ ਦੇ ਉਸ ਆਨੰਦ ਵਿੱਚ ਆ ਜਾਂਦਾ ਹੈ, ਤੇ ਉਹ ਸਿੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਜਦੋਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਕੀ ਹੁੰਦਾ ਹੈ? ਉਹਨੂੰ ਹਰ ਹਰ ਮੀਠਾ ਲਾਇਆ, ਉਹਦੇ ਮਨ ਦੇ ਵਿੱਚ ਉਹ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ। ਜਿਹੜਾ ਨਾਮ ਨਹੀਂ ਜਪਦਾ ਸੀ, ਜਿਹੜਾ ਨਾਮ ਜਪਣ ਵਕਤ ਉਹਨੂੰ ਉਹ ਆਨੰਦ ਨਹੀਂ ਆਉਂਦਾ ਸੀ, ਪਰ ਜਦੋਂ ਪੂਰੇ ਗੁਰੂ ਨੂੰ ਸ਼ਰਨ ਵਿੱਚ ਆਇਆ, ਆਪਣੀਆਂ ਮਾੜੀਆਂ ਆਦਤਾਂ ਛੱਡ ਕੇ ਆਪਣੀ ਸੁਰਤ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਤੇ ਉਹਨੂੰ ਆਰਾਧਨਾ ਕੀਤਾ, ਤੇ ਉਹਦੇ ਅੰਦਰ ਕੀ ਹੋਇਆ? ਉਹਦੇ ਅੰਦਰ ਦੀ ਜਿਹੜੀ ਮੈਲ ਸੀ, ਪਾਪਾਂ ਦੀ ਮੈਲ। ਦੇਖੋ ਜਦੋਂ ਭਾਂਡੇ ਧੋਈਦੇ ਨੇ, ਉਸ ਤੋਂ ਪਹਿਲਾਂ ਭਾਂਡੇ ਕਿੰਨੇ ਮੈਲੇ ਹੁੰਦੇ ਨੇ, ਪਰ ਜਦੋਂ ਭਾਂਡੇ ਦੇ ਉੱਤੇ ਸਰਫ ਲੱਗਦਾ ਹੈ ਜਾਂ ਸੁਆਹ ਲੱਗਦੀ ਹੈ, ਉਹਨਾਂ ਨੂੰ ਜਦੋਂ ਮਾਂਜ ਕੇ ਅਸੀਂ ਧੋਂਦੇ ਹਾਂ ਤੇ ਕਿਵੇਂ ਲਿਸ਼ਕ ਜਾਂਦੇ ਨੇ, ਲਿਸ਼ਕ ਜਾਂਦੇ ਨਾ। ਇਸੇ ਤਰ੍ਹਾਂ ਸਾਡਾ ਵੀ ਮਨ ਉਸ ਭਾਂਡਿਆਂ ਦੀ ਤਰ੍ਹਾਂ ਕਾਲਕ ਦੇ ਨਾਲ ਭਰਿਆ ਪਿਆ ਹੋਇਆ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾ। ਇਹ ਤੇ ਭਾਂਡੇ ਰਾਤ ਦੇ ਸਨ ਨਾ, ਜਿਹੜੇ ਅਸੀਂ ਰੋਟੀ ਖਾਦੇ ਗੰਦੇ ਹੋਏ ਪਏ ਸਨ, ਪਰ ਸਰੀਰ ਰੂਪੀ ਭਾਂਡਾ ਜਿਹੜਾ ਮਨ ਹੈ ਨਾ, ਉਹ ਜਨਮਾਂ ਦੇ ਕੀਤੇ ਹੋਏ ਪਾਪਾਂ ਕਰਕੇ ਮੈਲੇ ਹੋਏ ਪਏ ਨੇ, ਤੇ ਮੈਲੇ ਵੀ ਇੰਨੇ ਹੋਏ ਪਏ ਨੇ ਕਿ ਕਾਲੇ ਸ਼ਾਹ ਹੋਏ ਪਏ ਨੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾਹ। ਖੰਨੜੀ ਧੋਤੀ ਉਜਲੀ ਨਾ ਹੋਵੇ, ਜਿਉ ਸੋ ਧੋਵਣ ਪਾ। ਪਰ ਹੁਣ ਕਿਵੇਂ ਉਸ ਕਾਲਕ ਨੂੰ ਉਤਾਰਿਆ ਜਾਏ? ਗੁਰੂ ਸਾਹਿਬ ਕਹਿੰਦੇ ਨੇ ਉਹ ਫਿਰ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ, ਆਪਣੀਆਂ ਮਾੜੀਆਂ ਆਦਤਾਂ ਨੂੰ ਤੋਬਾ ਕਰਕੇ, ਆਪਣੀ ਵਿਚਾਰਾਂ ਨੂੰ ਸ਼ੁੱਧ ਕਰਨ ਵਾਸਤੇ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ। ਗੁਰੂ ਨੇ ਮੈਨੂੰ ਇੱਕ ਆਸਰਾ ਦਿੱਤਾ, ਇੱਕ ਟੇਕ ਦਿੱਤੀ, ਜਦੋਂ ਉਹਦੇ ਨਾਮ ਨੂੰ ਮੈਂ ਧਿਆਉਂਦਾ ਰਿਹਾ। ਜਦੋਂ ਮੈਂ ਧਿਆਉਂਦਾ ਰਿਹਾ, ਧਿਆਉਂਦਿਆਂ ਮੇਰੇ ਅੰਦਰ ਇੱਕ ਗੁਰੂ ਪ੍ਰਤੀ ਪਿਆਰ ਬਣ ਗਿਆ। ਜਦੋਂ ਪਿਆਰ ਬਣਿਆ, ਮੇਰੇ ਅੰਦਰ ਦੀ ਮੈਲ ਆਪੇ ਉਤਰਦੀ ਗਈ। ਹੁਣ ਜਿਉਂ ਮੇਰੀ ਮੈਲ ਉਤਰਦੀ ਗਈ, ਕੀ ਹੋਇਆ? ਸਹਿਜ ਆਨੰਦ ਹੋਆ ਵੱਡ ਭਾਗੀ। ਮੇਰੇ ਅੰਦਰ ਉਹ ਆਤਮਿਕ ਅਡੋਲਤਾ ਵਾਲੀ ਅਵਸਥਾ, ਆਨੰਦ ਵਾਲੀ ਅਵਸਥਾ ਬਣ ਗਈ। ਉਹ ਆਨੰਦ ਦੀ ਅਵਸਥਾ ਮਿਲਦੀ ਵੀ ਉੱਥੋਂ ਹੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਤਾਂ ਉਹ ਵਾਲੀ ਅਵਸਥਾ ਸਹਿਜ ਆਨੰਦ ਹੋਆ ਵੱਡ ਭਾਗੀ, ਉਹ ਫਿਰ ਵੱਡੇ ਭਾਗਾਂ ਵਾਲਾ ਹੋ ਗਿਆ। ਮਨ ਦੇ ਨੰਨੇ ਨੂੰ ਸਿਹਾਰੀ ਮਨ ਵਿੱਚ ਹਰ ਹਰ ਮੀਠਾ ਲਾਇਆ। ਉਸ ਪਰਮਾਤਮਾ ਦਾ ਨਾਮ ਉਹਦੇ ਮਨ ਵਿੱਚ ਮਿੱਠਾ ਲੱਗਣ ਲੱਗ ਪਿਆ। ਹੁਣ ਤੇ ਫਿਰ ਕੀ ਹੋਇਆ? ਜਦੋਂ ਉਹਨੇ ਗੁਰੂ ਦੀ ਸੰਗਤ ਕੀਤੀ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਹੁਣ ਉਹੀਓ ਨਾਮ ਜਿਹੜਾ ਚਿੱਤ ਨਹੀਂ ਕਰਦਾ ਸੀ ਜਪਣ ਵਿੱਚ, ਪਰ ਹੁਣ ਉਹੀ ਨਾਮ ਮਿੱਠਾ ਲੱਗਣ ਲੱਗ ਪਿਆ। ਕਿਉਂ? ਕਿਉਂਕਿ ਅੰਦਰੋਂ ਮੈਲ ਉਤਰਨੀ ਸ਼ੁਰੂ ਹੋਈ। ਜਦੋਂ ਵਿਕਾਰਾਂ ਦੀ, ਦੁਨੀਆ ਦੀ, ਮਾਇਆ ਦੀ, ਮੋਹ ਦੀ ਮੈਲ ਉਤਰਦੀ ਹੈ ਨਾ, ਉਦੋਂ ਫਿਰ ਕੀ ਹੁੰਦਾ ਹੈ? ਉਦੋਂ ਫਿਰ ਇਹ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ। ਇਹ ਨਾਮ ਤਦ ਤੱਕ ਮਿੱਠਾ ਨਹੀਂ ਲੱਗਦਾ ਜਦ ਤੱਕ ਸਾਨੂੰ ਮਾਇਆ ਦੇ ਮੋਹ ਦੀ ਪਰਤ ਚੜੀ ਹੋਈ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਫਿਰ ਇਹ ਪਹਿਲੀ ਲਾਭ ਦੇ ਅੰਦਰ ਜਨ ਕਹੈ ਨਾਨਕ। ਗੁਰੂ ਰਾਮਦਾਸ ਪਾਤਸ਼ਾਹ ਆਪਣੇ ਵੱਡੇ ਸਤਿਗੁਰਾਂ ਦੀ, ਨਾਨਕ ਕੱਕੇ ਦੇ ਔਂਕੜ ਹੈ। ਇਹ ਭਾਵ ਕਵੀ ਛਾਪ ਦੀ ਮੋਹਰ ਹੈ।
ਭਾਵ ਕਿ ਇਹ ਗੁਰੂ ਨਾਨਕ ਪਾਤਸ਼ਾਹ ਵੱਲੋਂ ਆਪਣੇ ਵੱਡੇ ਵਡੇਰਿਆਂ ਨੂੰ ਮਾਣ ਦਿੰਦੇ ਹੋਏ, ਇੱਕ ਕਵੀ ਛਾਪ ਦੀ ਮੋਹਰ ਲਾਉਂਦੇ ਹੋਏ ਕਹਿੰਦੇ ਨੇ, ਜਨ ਆਪਣੇ ਆਪ ਨੂੰ ਜਨ ਕਹਿ ਕੇ, ਦਾਸ ਨਾਨਕ ਕੀ ਆਖਦਾ ਹੈ, ਜਨ ਕਹੈ ਨਾਨਕ ਲਾਭ ਪਹਿਲੀ, ਇਹ ਪਹਿਲੀ ਲਾਭ ਆਰੰਭ ਕਾਜ ਰਚਾਇਆ, ਇਹ ਵਿਆਹ ਦਾ ਪਹਿਲਾ ਆਰੰਭ ਕਾਰਜ ਸ਼ੁਰੂ ਹੋ ਗਿਆ, ਜੋ ਪਰਮਾਤਮਾ ਔਰ ਆਤਮਾ ਦਾ ਇੱਕ ਵਿਆਹ ਹੋਣ ਲੱਗਾ ਹੈ, ਜਾਂ ਇਸ ਤਰ੍ਹਾਂ ਕਹਿ ਲਓ ਇੱਕ ਨਰ ਤੇ ਮਾਦਾ ਦਾ, ਇੱਕ ਸਿੱਖ ਤੇ ਇੱਕ ਸਿੱਖਣੀ ਦਾ, ਇਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹਿਲੀ ਲਾਭ ਦਾ ਆਰੰਭ ਕਾਰਜ ਰਚਿਆ ਗਿਆ ਹੈ। ਔਰ ਇਹਦੇ ਵਿੱਚ ਪ੍ਰਵਿਰਤੀ ਕਰਮ ਸੀ ਜਿਹੜੀ ਉਸ ਬੱਚੀ ਦੇ, ਉਹਨੇ ਫਿਰ ਪ੍ਰਵਿਰਤੀ ਕਰਮ ਬਣਾ ਲਿਆ, ਭਾਵ ਕਿ ਆਪਣੀਆਂ ਜਿਹੜੀਆਂ ਪੇਕੇ ਦੇ ਵਿੱਚ ਕੁਝ ਐਸੀਆਂ ਆਦਤਾਂ ਸੀ ਜਿਹੜੀਆਂ ਆਲਸ ਵਾਲੀਆਂ ਜਾਂ ਕੁਝ ਜ਼ਿਆਦਾ ਬੋਲਣ ਵਾਲੀਆਂ, ਜਾਂ ਕੁਝ ਇਸ ਤਰ੍ਹਾਂ ਕਹਿ ਲਓ ਕਿ ਜੇ ਪਿਆਰ ਲੈਣਾ ਸੱਸ ਸਹੁਰੇ ਦਾ ਤੇ ਉਹਦੇ ਵਾਸਤੇ ਸਾਨੂੰ ਨਿਮਰਤਾ ਵਿੱਚ, ਹਲੀਮੀ ਵਿੱਚ ਜੀ ਕੇ ਜੀਣ ਵਾਲੀ ਉਹ ਜਾਚ ਪ੍ਰਵਿਰਤੀ ਕਰਮ ਲੈ ਕੇ ਉਹਨੇ ਪਹਿਲੀ ਲਾਭ ਲਈ। ਇਹ ਮਨ ਵਿੱਚ ਦ੍ਰਿੜ ਕੀਤਾ ਕਿ ਜਿਹੜੇ ਮਾਤ ਪਿਤਾ ਮੇਰੇ ਪੇਕੇ ਪਰਿਵਾਰ ਵਿੱਚ ਨੇ, ਅੱਜ ਤੋਂ ਬਾਅਦ ਮੇਰੇ ਮਾਤਾ ਪਿਤਾ ਮੇਰੇ ਸੱਸ ਸਹੁਰਾ ਹੋਣਗੇ। ਤੇ ਉਹਦੇ ਵਿੱਚ ਉਹਨੇ ਫਿਰ ਆਪਣੀਆਂ ਆਦਤਾਂ ਆਲਸ ਵਾਲੀਆਂ ਛੱਡਤੀਆਂ। ਘਰ 11 ਵਜੇ ਉੱਠਦੀ ਸੀ, 12 ਵਜੇ ਉੱਠਦੀ ਸੀ, ਪਰ ਉਹ ਲਾਡ ਸੀ ਘਰ ਦੇ ਵਿੱਚ, ਮਾਤਾ ਪਿਤਾ ਦਾ ਲਾਡ ਸੀ। ਪਰ ਦੇਖੋ ਉਹ ਲਾਡ ਕਰਮ ਨਾ ਬਣ ਜਾਏ, ਜਦੋਂ ਸਹੁਰੇ ਘਰ ਜਾਂਦੀ ਏ ਫਿਰ ਉਹ ਲਾਡ ਨਹੀਂ ਕਰਦੀ ਐ ਵਜੇ। ਉੱਥੇ ਤੇ ਮਾਂ ਕਹਿੰਦੀ ਹੈ ਚਲੋ ਸੁੱਤੀ ਰਹਿ ਬੱਚਿਆ, ਕੋਈ ਗੱਲ ਨਹੀਂ, ਫਿਰ ਇਹਨੇ ਪੇਕੇ ਘਰ ਜਾਣਾ, ਉਹ ਸਹੁਰੇ ਘਰ ਜਾਣਾ, ਤੇ ਮਾਂ ਲਾਡ ਕਰਦੀ ਹੈ। ਫਿਰ ਉਹ 11 ਵਜੇ, ਕਈ ਵਾਰੀ ਇਹ ਲਾਡ ਵੀ ਔਗਣ ਨਾ ਬਣ ਜਾਏ ਤਾਂ ਫਿਰ ਜਿਹੜੀ ਉਹ ਹੁੰਦੀ ਹੈ ਪ੍ਰਵਿਰਤੀ ਕਰਮ ਨੇ, ਉਹ ਫਿਰ ਸਭ ਛੱਡ ਦਿੰਦੀ ਹੈ। ਉਹ ਕਹਿੰਦੀ ਨਹੀਂ, ਹੁਣ ਸੱਸ ਸਹੁਰੇ ਦੇ ਘਰ ਰਹਿ ਰਹੀ ਹਾਂ, ਇਹ ਨਾ ਹੋਵੇ 11-12 ਵਜੇ ਉੱਠਾਂ। ਉਹ ਫਿਰ ਸਭ ਤੋਂ ਪਹਿਲਾਂ ਉੱਠਦੀ ਹੈ, ਉਹਨੇ ਆਪਣਾ ਪ੍ਰਵਿਰਤੀ ਕਰਮ, ਭਾਵ ਕਿ ਆਪਣੇ ਜੀਵਨ ਦਾ ਸਟਾਈਲ, ਉਹ ਲਾਈਫ ਸਟਾਈਲ ਚੇਂਜ ਕਰ ਦਿੱਤਾ। ਮਾੜੀਆਂ ਆਦਤਾਂ ਉੱਥੇ ਛੱਡ ਦਿੱਤੀਆਂ। ਜਿਹੜੇ ਮਾਤਾ ਪਿਤਾ ਤੋਂ ਚੰਗੇ ਸੰਸਕਾਰ ਸਨ ਕਿ ਸਭ ਦਾ ਆਦਰ ਕਰਨਾ, ਉਹ ਉਸਨੇ ਅਡਾਪਟ ਕਰ ਲਏ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੀ ਬੱਚੀ ਵੀਰੋ ਵਿਆਹਣੀ ਸੀ ਨਾ, ਤੇ ਵਿਆਹ ਦੇ ਟਾਈਮ ਕੀ ਹੋਇਆ, ਜਦੋਂ ਵਿਆਹ ਹੋਇਆ ਤੇ ਸਿੱਖਿਆ ਦਿੱਤੀ ਜਾਂਦੀ ਹੈ। ਹਰਗੋਬਿੰਦ ਪਾਤਸ਼ਾਹ ਨੇ ਆਪਣੀ ਬੱਚੀ ਨੂੰ, ਵੀਰੋ ਨੂੰ, ਭਰੀ ਸੰਗਤ ਦੇ ਵਿੱਚ ਕੀ ਸਿੱਖਿਆ ਦਿੱਤੀ ਕਿ ਬੱਚੀਏ ਪ੍ਰਵਿਰਤੀ ਕਰਮ ਕਿਹੜੇ ਨੇ। ਉਹ ਮਹਾਰਾਜ ਨੇ ਫਿਰ ਉਸ ਨੂੰ ਇਹ ਸਿੱਖਿਆ ਦਿੱਤੀ ਕਿ ਤੇਰੀ ਜਿਹੜੀ ਲਾਵਾਂ ਹੋਈਆਂ ਨੇ ਨਾ, ਉਹਦੇ ਵਿੱਚ ਹੁਣ ਤੂੰ ਪੇਕੇ ਘਰ ਤੋਂ ਸਹੁਰੇ ਘਰ ਵਿੱਚ ਗਈ ਹੈ। ਤੇ ਐਵੇਂ ਸੋਚੋ, ਸਾਡੀ ਵੀ ਇਸ ਆਤਮਾ ਨੇ ਪਰਮਾਤਮਾ ਦੇ ਘਰ ਜਾਣਾ ਹੈ। ਤਾਂ ਬੱਚੀ ਵਾਸਤੇ ਕੀ ਉਹਨੇ ਮਹਾਰਾਜ ਵਾਹਿਗੁਰੂ ਮਹਾਰਾਜ ਨੇ ਕੀ ਉਪਦੇਸ਼, ਸਿੱਖਿਆ ਕਹਿ ਲਓ, ਕੀ ਦਿੱਤੀਆਂ। ਸਭ ਤੋਂ ਪਹਿਲੀ ਸਿੱਖਿਆ ਮਹਾਰਾਜ ਨੇ ਦਿੱਤੀ ਕਿ ਬੱਚੀਏ, ਅੰਮ੍ਰਿਤ ਵੇਲੇ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਨਾ ਹੈ ਜਾਗ ਕੇ। ਹੁਣ ਆ ਗਿਆ ਨਾ, ਹੁਣ ਪੇਕੇ ਘਰ ਵਿੱਚ 10 ਵਜੇ ਉੱਠਦੀ ਸੀ, 11 ਵਜੇ ਉੱਠਦੀ ਸੀ, ਉਹ ਪ੍ਰਵਿਰਤੀ ਕਰਮ ਆਪਣੇ ਆਪ ਨੂੰ ਚੇਂਜ ਕਰਨਾ ਹੈ। ਭਾਵੇਂ ਉੱਥੇ ਵੀ ਉੱਠਦੀ ਹੋਵੇ, ਪਰ ਜਿਹੜੀਆਂ ਬੱਚੀਆਂ ਲੇਟ ਉੱਠਦੀਆਂ ਸਨ, ਉਹ ਹੁਣ ਉਹਨੇ ਉੱਥੇ ਜਾ ਕੇ ਆਪਣੇ ਗੁਰੂ ਦੀ, ਪਿਤਾ ਦੀ ਉਸ ਗੱਲ ਨੂੰ, ਵੀਰੋ ਜੀ ਨੂੰ ਮੰਨਿਆ ਤੇ ਅੰਮ੍ਰਿਤ ਵੇਲੇ ਬਾਣੀ ਪੜ੍ਹਨੀ ਗੁਰੂ ਨਾਨਕ ਦੀ। ਇਹ ਇੱਕ ਪਹਿਲਾ ਸਿੱਖਿਆ ਦਿੱਤੀ। ਦੂਜੀ ਸਿੱਖਿਆ ਇਹ ਦਿੱਤੀ ਕਿ ਜਿਸ ਤਰ੍ਹਾਂ ਤੂੰ ਇੱਥੇ ਪਿਤਾ ਦੀ ਪੱਤ ਰੱਖੀ ਹੋਈ ਏ, ਉਸ ਤਰ੍ਹਾਂ ਉੱਥੇ ਸਹੁਰੇ ਪਰਿਵਾਰ ਵਿੱਚ ਵੀ ਜਾ ਕੇ ਤੂੰ ਸੱਸ ਸਹੁਰੇ ਦੀ ਪੱਤ ਰੱਖਣੀ ਹੈ, ਆਪਣੇ ਚੰਗੇ ਕਰਮਾਂ ਕਰਕੇ। ਐਸਾ ਨਾ ਕਹਿਣ ਕਿ ਕੈਸੀ ਨੂੰਹ ਆਈ ਏ। ਦੇਖੋ ਕਦੀ ਵੀ ਨੂੰਹ ਭੈੜੀ ਹੋਵੇ ਨਾ, ਤੇ ਉਹ ਕਹਿੰਦੇ ਨੇ ਪਤਾ ਨਹੀਂ ਕਿਹੜੇ ਘਰੋਂ ਆਂਦੀ ਏ, ਕਿਹੜੇ ਘਰੋਂ ਆਈ ਏ, ਤੇ ਉਹਦੇ 'ਚ ਮਾਤਾ ਪਿਤਾ ਦਾ ਵੀ ਨਾਮ ਬਦਨਾਮ ਹੁੰਦਾ ਜੇ। ਬੜੀ ਵੱਡੀ ਗੱਲ ਜੇ। ਅਗਰ ਸ਼ੋਭਾ ਕਿਸੇ ਨੇ ਪਾਣੀ ਹੈ ਨਾ, ਤੇ ਉਹਦੇ ਵਾਸਤੇ ਉਹਨੂੰ ਮਾਤਾ ਪਿਤਾ ਦਾ ਸਤਿਕਾਰ ਕਰਦੀ ਹੈ ਨਾ, ਉਹਨਾਂ ਸਤਿਕਾਰ ਸੱਸ ਸਹੁਰੇ ਦਾ ਵੀ ਕਰੇ। ਇਹ ਦੂਜੀ ਸਿੱਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬੱਚੀ ਵੀਰੋ ਨੂੰ ਦਿੱਤੀ। ਤੇ ਤੀਜੀ ਕਿ ਘਰ ਵਿੱਚ ਕੋਈ ਵੀ ਆਵੇ, ਸੱਸ ਸਸੁਰ ਦੇ ਘਰ ਕੋਈ ਵੀ ਆਵੇ, ਤੂੰ ਆਏ ਗਏ ਦਾ ਸਨਮਾਨ ਕਰਨਾ ਹੈ, ਇੱਜ਼ਤ ਕਰਨੀ ਹੈ। ਇਹ ਨਹੀਂ
ਕਿ ਪੇਕਿਆਂ ਦਾ ਆਵੇ ਤੇ ਤੈਨੂੰ ਚਾਹ ਚੜ ਜਾਏ ਤੇ ਸਹੁਰਿਆਂ ਦਾ ਆਵੇ ਤੇ ਤੇਰੇ ਮਨ ਅੰਦਰੋਂ ਤੁਹਾਨੂੰ ਦੁਖੀ ਹੋਵੇ। ਕਈ ਵਾਰੀ ਹੁੰਦਾ ਅਕਸਰ, ਖਿਮਾ ਨਾ ਕਰਨਾ, ਮੈਨੂੰ ਤੁਹਾਡਾ ਨਹੀਂ ਪਤਾ, ਲੇਕਿਨ ਕਈ ਨੂੰਹਾਂ ਆਪਣੇ ਪੇਕੇ ਦੇ ਘਰ ਦਾ ਕੋਈ ਆ ਜਾਏ ਤੇ ਉਹਨਾਂ ਨੂੰ ਚਾਹ ਚੜ ਜਾਂਦਾ ਹੈ, ਤੇ ਜੇ ਸਹੁਰੇ ਪਰਿਵਾਰ ਵਿੱਚੋਂ ਦਿਓਰ ਜੇਠ ਜਾਂ ਨਨਾਣ ਕੋਈ ਆ ਜਾਏ ਤੇ ਉਹਨਾਂ ਦੇ ਮੱਥੇ ਤੇ ਤ੍ਰਿਵੜੀਆਂ ਪੈ ਜਾਂਦੀਆਂ ਨੇ। ਇਹ ਗੁਰਮਤ ਨਹੀਂ ਹੈ, ਮਹਾਰਾਜ ਦੀ ਸਿੱਖਿਆ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ, ਤੂੰ ਸਨਮਾਨ ਆਏਗੇ ਦਾ ਕਹਿ ਦਿੱਤਾ ਨਾ, ਇਟ ਮੀਨਸ ਕੋਈ ਵੀ ਆਵੇ ਤੈਨੂੰ ਚਾਹ ਚੜਿਆ ਹੋਵੇ ਕਿ ਮੇਰੇ ਘਰ ਕੋਈ ਰੱਬ ਰੂਪ ਸੰਗਤ ਆਈ ਹੈ। ਤਾਂ ਮਹਾਰਾਜ ਨੇ ਤੀਜਾ ਉਪਦੇਸ਼ ਦਿੱਤਾ, ਚੌਥਾ ਉਪਦੇਸ਼ ਦਿੱਤਾ ਕਿ ਖੋਟੀ ਸੰਗਤ ਨਹੀਂ ਕਰਨੀ, ਮਾੜੀ ਸੰਗਤ ਨਹੀਂ ਕਰਨੀ। ਸਿੱਖਿਆ, ਇਹ ਸਿੱਖਿਆ ਅੱਜ ਕੱਲ੍ਹ ਤੇ ਸਮਾਂ ਹੀ ਨਹੀਂ ਹੁੰਦਾ। ਅੱਜ ਕੱਲ੍ਹ ਤੇ ਬੈਂਕਟ ਹਾਲਾਂ ਵਿੱਚ ਜਾਣ ਦੀ ਦੇਰ ਹੀ ਹੁੰਦੀ ਹੈ। ਭਾਈ ਸਾਹਿਬ ਸਿੱਖਿਆ ਰਹਿਣ ਦਿਓ, ਅਸੀਂ ਸੁਣ ਲਵਾਂਗੇ, ਬਾਅਦ ਵਿੱਚ ਸੁਣ ਲਵਾਂਗੇ। ਤਾਂ ਇਹ ਚੀਜ਼ਾਂ ਜੋ ਜੋ ਅਲੋਪ ਹੁੰਦੀਆਂ ਗਈਆਂ, ਸਾਡੇ ਗ੍ਰਸਤ ਜੀਵਨ ਦੇ ਵਿੱਚ ਗੁੰਝਲ ਪੈਂਦੇ ਗਏ, ਔਰ ਐਸੇ ਗੁੰਝਲ ਪਏ ਜਿਹੜੇ 6-8 ਮਹੀਨਿਆਂ ਬਾਅਦ ਉਹ ਗੁੰਝਲ ਫਿਰ ਇੰਨੀ ਆਪਸੀ ਦਰਾਰ ਪੈ ਗਈ, ਅਸੀਂ ਕੋਟਾਂ ਦੇ ਵਿੱਚ ਚਲੇ ਗਏ। ਨਾ ਅਸੀਂ ਕਹਿੰਦੇ ਹਾਂ ਵਿਆਹ ਦੇ ਵਿੱਚ ਆਨੰਦ ਕਾਰਜ ਹੈ, ਪਰ ਆਨੰਦ ਕਾਰਜ ਦਾ ਸਮਾਂ ਤੇ ਅਸੀਂ 1 ਘੰਟਾ ਵੀ ਨਹੀਂ ਰੱਖਿਆ ਹੋਇਆ। ਬੈਂਕਟ ਘਰਾਂ ਦਾ ਸਮਾਂ 10-10 ਘੰਟੇ 8-8 ਘੰਟੇ ਰੱਖਨੇ ਆ। ਤਾਂ ਗੁਰੂ ਮਹਾਰਾਜ ਨੇ, ਹਰਗੋਬਿੰਦ ਪਾਤਸ਼ਾਹ ਨੇ ਭਰੀ ਸੰਗਤ ਵਿੱਚ ਖੜੇ ਹੋ ਕੇ ਬੀਬੀ ਵੀਰੋ ਨੂੰ ਇਹ 4 ਬਚਨ ਕੀਤੇ ਕਿ ਬੱਚੀ, ਅੰਮ੍ਰਿਤ ਵੇਲੇ ਜਾਗ ਕੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ ਹੈ, ਤੇ ਜਿੱਥੇ ਤੂੰ ਮਾਤਾ ਪਿਤਾ ਦੀ ਇੱਜ਼ਤ ਰੱਖੀ ਹੋਈ ਹੈ ਉੱਥੇ ਸੱਸ ਸਹੁਰੇ ਦੀ ਵੀ ਉਵੇਂ ਇੱਜ਼ਤ ਕਰਨੀ ਹੈ, ਆਏਗੇ ਦੀ ਸੇਵਾ ਕਰਨੀ ਹੈ। ਭਾਵੇਂ ਕੋਈ ਵੀ ਜੀ ਤੁਹਾਡੇ ਘਰ ਆਉਂਦਾ ਹੈ ਉਹਨੂੰ ਮਾਣ ਸਨਮਾਨ, ਇਹ ਸਿੱਖ ਦਾ ਫਰਜ਼ ਵੀ ਹੈ। ਇਹ ਗੁਰੂ ਨਾਨਕ ਦਾ ਕੋਈ ਵੀ ਸਿੱਖ ਹੋਏਗਾ ਨਾ, ਕੋਈ ਵੀ ਤੁਹਾਡੇ ਘਰ ਚੱਲ ਕੇ ਆਏ ਤੇ ਤੁਹਾਨੂੰ ਚਾਹ ਚੜ ਜਾਣਾ ਚਾਹੀਦਾ। ਤੁਸੀਂ ਇਹ ਸੋਚੋ ਇਹ ਰਿਸ਼ਤੇਦਾਰ ਨਹੀਂ, ਇਹ ਮੇਰੇ ਕੋਈ ਗੁਰੂ ਦਾ ਸਿੱਖ ਆਇਆ ਹੈ, ਤਾਂ ਉਹਦੀ ਵੱਧ ਤੋਂ ਵੱਧ ਖਾਤਰ ਕਰੋ। ਚੌਥਾ ਮਹਾਰਾਜ ਨੇ ਕਿਹਾ ਕਿ ਖੋਟੀ ਸੰਗਤ ਨਹੀਂ ਕਰਨੀ। ਇਹ ਬੱਚੀ ਵੀਰੋ ਨੂੰ ਮਹਾਰਾਜ ਨੇ 4 ਉਪਦੇਸ਼ ਦਿੱਤੇ, ਤੋ ਜਿਹਦੇ ਨਾਲ ਕਰਕੇ ਇਹ ਲਾਵਾਂ ਦੀ ਫਿਰ ਆਰੰਭਤਾ ਹੋਈ। ਅੱਜ ਅਸੀਂ ਪਹਿਲੀ ਲਾਭ ਨੂੰ ਮਿਲ ਬੈਠ ਕੇ ਵਿਚਾਰਨ ਦਾ ਅਸੀਂ ਇੱਕ ਉਪਰਾਲਾ ਕੀਤਾ ਹੈ। ਇਹ ਆਤਮਾ ਤੇ ਪਰਮਾਤਮਾ ਦੇ ਨਾਲ ਹੀ ਵਿਆਹ ਹੋ ਗਿਆ, ਇੱਕ ਦੋਨੋਂ ਜੀਆਂ ਦਾ ਵੀ ਵਿਆਹ ਹੋ ਗਿਆ, ਇੱਕ ਸਰੀਰ ਤੇ ਆਤਮਾ ਦਾ ਵੀ ਜਦੋਂ ਮੇਲ ਹੁੰਦਾ ਹੈ ਇਹ ਵੀ ਵਿਆਹ ਹੈ, ਇੱਕ ਜਦੋਂ ਮੌਤ ਸਾਨੂੰ ਲੈਣ ਆਣੀ ਹੈ ਜਿੰਦ ਦੇ ਨਾਲ ਉਹ ਵੀ ਵਿਆਹ ਹੋਣਾ ਹੈ। ਇਹ 4 ਤਰ੍ਹਾਂ ਦੇ ਵਿਆਹ ਨੇ, ਪਰ ਉਸ ਤੋਂ ਪਹਿਲਾਂ ਅਸੀਂ ਆਤਮਾ ਤੇ ਪਰਮਾਤਮਾ ਦਾ ਮਿਲਾਪ ਕਰ ਲਈਏ, ਜਿਹਦੇ ਪ੍ਰਥਾਏ ਇਹ ਬਾਣੀ ਉਚਾਰੀ ਗਈ ਹੈ। ਤਾਂ ਗੁਰੂ ਮਹਾਰਾਜ ਨੇ ਸਾਨੂੰ ਇਹ ਲਾਵਾਂ ਦੇ ਵਿੱਚ ਇਹ ਦੱਸਿਆ ਹੈ ਕਿ ਕੋਈ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਿਨਾਂ 4 ਲਾਵਾਂ ਜਿਹੜੀਆਂ ਲੈਂਦਾ ਹੈ ਉਹ ਆਨੰਦ ਕਾਰਜ ਨਹੀਂ ਮੰਨਿਆ ਜਾਂਦਾ। ਆਨੰਦ ਕਾਰਜ ਉਹੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਜੈਂਟ ਵਿੱਚ 4 ਲਾਵਾਂ ਭਾਈ ਸਾਹਿਬ ਪੜ੍ਹ ਕੇ ਅਰਦਾਸ ਕਰਦੇ ਨੇ, ਫਿਰ ਬੱਚਾ ਬੱਚੀ ਉਹਦੀ ਪਰਿਕਰਮਾ ਕਰਦੇ ਨੇ, ਫਿਰ ਅਰਦਾਸ ਹੁੰਦੀ ਹੈ, ਹੁਕਮਨਾਮਾ ਹੁੰਦਾ ਹੈ, ਫਿਰ ਮੋਹਰ ਲੱਗਦੀ ਹੈ ਗ੍ਰਸਤ ਜੀਵਨ ਦੀ, ਜਿਹਨੂੰ ਸਾਨੂੰ ਇਸ ਜੀਵਨ ਦੇ ਵਿੱਚ ਮਰਿਆਦਾ ਵਿੱਚ ਰਹਿਣ ਦੀ ਇੱਕ ਸੇਧ ਮਿਲਦੀ ਹੈ। ਉਹ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ 4 ਲਾਵਾਂ ਉਚਾਰ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕੋਸ਼ਿਸ਼ ਹੋਏਗੀ, ਮਹਾਰਾਜ ਨੇ ਜੇ ਸਵਾਸ ਬਖਸ਼ੇ, ਅਗਲੇ ਹਫ਼ਤੇ ਅਸੀਂ ਫਿਰ ਦੂਜੀ ਲਾਮ ਜਦੋਂ ਬੱਚਾ ਬੱਚੀ ਨੇ ਖੜੇ ਹੋ ਕੇ ਫਿਰ ਪਰਿਕਰਮਾ ਕਰਨੀ। ਅੱਜ ਕੱਲ੍ਹ ਤਾਂ ਖੜੇ ਹੀ ਕੀਤਾ ਹੈ, ਕਿਉਂਕਿ ਇਹ 4-5 ਸਾਲਾਂ ਤੋਂ ਕੁਛ ਮਰਿਆਦਾ ਚੇਂਜ ਹੋਈ ਹੈ। ਬੱਚਾ ਤੇ ਬੱਚੀ ਖੜੇ ਹੋ ਕੇ ਹੀ ਲਾਵਾਂ ਲੈਂਦੇ ਨੇ। ਉਹ ਖਾਲੀ ਦਰਸ਼ਨ ਕੀਤੇ ਮਹਾਰਾਜ ਨੂੰ, ਫਿਰ ਖੜੇ ਹੋ ਕੇ ਹੀ ਭਾਈ ਸਾਹਿਬ ਲਾਵਾਂ ਪੜ੍ਹਦੇ ਨੇ, ਫਿਰ ਉਹ ਪਰਿਕਰਮਾ ਕਰਦੇ ਨੇ। ਇਸੇ ਤਰ੍ਹਾਂ ਇਹ 4 ਲਾਵਾਂ ਵਿੱਚ ਕੀ ਉਪਦੇਸ਼ ਨੇ ਉਹ ਗੁਰੂ ਜਾਮਣ ਪੈ ਜਾਂਦਾ ਹੈ, ਤੇ ਫਿਰ ਅਸੀਂ ਪ੍ਰਣ ਕਰ ਰਹੇ ਹਾਂ। ਲਾਵਾਂ ਦਾ ਮਤਲਬ ਇਹ ਵੇ ਕਿ ਗੁਰੂ ਨੂੰ ਸਾਖਸ਼ਾਤ ਸਾਖੀ ਮੰਨ ਕੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਦੋਨੋਂ ਮੀਆਂ ਤੇ ਬੀਬੀ ਇੱਕ ਪ੍ਰਣ ਕਰ ਰਹੇ ਹਾਂ। ਉਹ ਅੱਜ ਇੱਕ ਪਹਿਲਾ ਪ੍ਰਣ ਕੀਤਾ ਹੈ ਕਿ ਅੱਜ ਤੋਂ ਬੱਚੀ ਨੇ ਕਿਹਾ ਮੈਂ ਮਾੜੀਆਂ ਆਦਤਾਂ ਛੱਡ ਕੇ ਚੰਗੀਆਂ ਆਦਤਾਂ ਅਸੀਂ ਅਡਾਪਟ ਕਰ ਲਈਆਂ ਨੇ। ਇਹ ਮਹਾਰਾਜ ਦੇ ਅੱਗੇ ਪਹਿਲੀ ਲਾਭ ਲਈ ਹੈ। ਦੂਜੀ ਲਾਭ ਵਿੱਚ ਮਹਾਰਾਜ ਕੀ ਬਖਸ਼ਿਸ਼ ਕਰਨਗੇ, ਜੇ ਸਵਾਸ ਬਖਸ਼ੇ ਤੇ ਅਸੀਂ ਫੇਰ ਮਿਲ ਬੈਠ ਕੇ ਸਾਂਝ ਕਰਾਂਗੇ। ਮੇਰੀ ਸੇਵਾ ਪ੍ਰਵਾਨ ਕਰ ਲੈਣੀ ਇਤਨੀ। ਜੇ ਕੋਈ ਮਾੜਾ ਬਚਨ ਕੋੜਾ ਬਚਨ ਤੁਹਾਨੂੰ ਕਿਸੇ ਨੂੰ ਵੀ ਲੱਗਿਆ ਹੋਵੇ, ਦਾਸ ਦੀ ਝੋਲੀ ਵਿੱਚ ਪਾ ਦੇਣਾ। ਚੰਗਾ ਬਚਨ ਹੈ ਉਹ ਗੁਰੂ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ, ਉਹ ਆਪਣੀ ਝੋਲੀ ਵਿੱਚ ਪਾ ਕੇ ਜੀਵਨ ਵਿੱਚ ਅਡਾਪਟ ਕਰੀਏ।